गुरु जी दी साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। गुरमुख प्यारिओ जो आपां सतगुरु गुरबाणी गुरु राही उपदेश बख्शिश कर रहे, जिन्ना भी उपदेश दिता जा रही है सारा अपने मन नूं दिता जांदा, साडे मन नूं समझाउण वास्ते आगे इहनूं भेता जी भी संसार दे विच मैं काहदे वास्ते आया, ये हुण मैनूं मानस जामा काहदे लई मिले है, ते किवें मैं हुण इस मानस जामे दा लाहा कट्टां। ਉਹਦੇ वास्ते फिर ये सारा ज्ञान साडे मन नूं दिता जांदा, साडे मन नूं समझाया जांदा। और असीं जदों गुरबाणी गुरु नूं पढ़दे विचारदे हैं अपने मन नूं समझाउण वास्ते, महाराज फरमाउंदे मन समझावन कारणे कछुक पढ़िए ज्ञान, बई जिहड़ा ज्ञान लैना आपदे मन नूं समझाउण वास्ते, किसी होर नूं जां किसी दूजे नूं नहीं, ये ज्ञान अपने मन वास्ते साडे खुद वास्ते। बई ये जिहड़ा साडा मन है ये विचारां दे विच फुरनियां दे विच भज्जा फिरदा है, ये मन नूं विचारां तो फुरनियां तो किवें रहत करन,
ਇਹ ਮਨ ਨੂੰ ਵਿਚਾਰਾਂ ਤੋਂ ਰਹਿਤ ਕਰਨ ਵਾਸਤੇ ਗਿਆਨ ਹੈ। ਸਾਡਾ ਮਨ ਹੈ ਜਿਹੜਾ ਇਹ ਆਪਣੇ ਘਰ ਕਿਵੇਂ ਬੈਠੇ, ਘਰ ਦੇ ਵਿੱਚ ਕਿਵੇਂ ਵਾਸਾ ਕਰੇ, ਉਹਦੇ ਵਾਸਤੇ ਇਹ ਗਿਆਨ ਹੈ। ਤਾਂ ਕਿ ਜਿਹੜਾ ਸਾਡਾ ਮਨ ਹੁਣ ਦੌੜਦਾ ਫਿਰਦਾ ਹੈ, ਇਹਨੂੰ ਰੋਕਣ ਵਾਸਤੇ ਫਿਰ ਇਹ ਗਿਆਨ ਗੁਰੂ ਦੀ ਮੱਤ। ਮਹਾਰਾਜ ਤਾਂਹੀਓ ਸਾਨੂੰ ਸਮਝਾਉਂਦੇ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਵੀ ਇਹ ਗਿਆਨ ਜਿਹੜਾ ਅਸੀਂ ਆਪਣੇ ਮਨ ਨੂੰ ਰੋਕਣ ਵਾਸਤੇ, ਸਾਡਾ ਜਿਹੜਾ ਮਨ ਮੈਲਾ ਹੋ ਗਿਆ, ਇਹ ਮਨ ਦੀ ਮੈਲ ਲਾਉਣ ਵਾਸਤੇ ਗਿਆਨ ਨੂੰ ਰਤਨ ਕਹਿੰਦੇ। ਜੇ ਅਸੀਂ ਇਹ ਗਿਆਨ ਰਤਨ ਦੁਆਰਾ ਆਪਣੇ ਮਨ ਨੂੰ ਮਾਂਜਾਂਗੇ, ਫਿਰ ਇਹ ਦੁਬਾਰਾ ਮੈਲਾ ਨਹੀਂ ਹੋਏ। ਸਤਿਗੁਰੂ ਫਰਮਾਉਂਦੇ, ਗਿਆਨ ਰਤਨ ਮਨ ਮਾਂਜੀਏ, ਬਾਵਰ ਨਾ ਮੈਲਾ ਹੋਈ। ਬਈ ਇਹ ਜਿਹੜਾ ਗਿਆਨ ਅਸੀਂ ਲੈਣਾ, ਇਹ ਆਪਣੇ ਮਨ ਨੂੰ ਸਮਝਾਉਣ ਵਾਸਤੇ ਹੀ ਲੈਣਾ, ਸਾਡੇ ਮਨ ਨੂੰ ਧੋਣ ਵਾਸਤੇ ਲੈਣਾ, ਵੀ ਸਾਡਾ ਮਨ ਕਿਵੇਂ ਨਿਰਮਲ ਹੋਵੇ, ਕਿਹੜੀ ਇਹਨੂੰ ਮੈਲ ਲੱਗਦੀ ਅਤੇ ਕਿਵੇਂ ਮੈਲਾ ਹੁੰਦਾ, ਇਹ ਮੈਲ ਤੋਂ ਬਚ ਸਕੇ, ਉਹਦੇ ਵਾਸਤੇ ਗਿਆਨ। ਸਤਿਗੁਰੂ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਇਹ ਗਿਆਨ ਸਾਨੂੰ ਗੁਰੂ ਦੀ ਸ਼ਰਨ ਤੋਂ ਬਿਨਾਂ ਨਹੀਂ ਮਿਲਦਾ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਨਹੀਂ ਗੁਰੂ ਦੀ ਸ਼ਰਨ ਚਾਹੁੰਦੇ, ਉਹਨਾਂ ਸਮਾਂ ਸਾਨੂੰ ਇਹ ਭੇਤ ਨਹੀਂ ਆਉਂਦਾ, ਸਾਨੂੰ ਇਹ ਗਿਆਨ ਨਹੀਂ ਆਉਂਦਾ। ਸਤਿਗੁਰੂ ਇਸ ਲਈ ਸਮਝਾਉਂਦੇ ਵੀ ਇਹ ਗੱਲਾਂ ਦੁਬਾਰਾ ਨਹੀਂ ਮਿਲਦੀਆਂ। ਗਿਆਨ ਨਾ ਗੱਲੀ ਢੂੰਡੀਏ, ਕਥਨਾ ਕਰੜਾ ਸਾਰ। ਵੀ ਇਹ ਜਿਹੜਾ ਗਿਆਨ ਹੈ, ਗੱਲਾਂ ਦੁਬਾਰਾ ਨਹੀਂ ਮਿਲਦਾ। ਇਹ ਗਿਆਨ ਲੈਣ ਵਾਸਤੇ ਵੀ ਸਾਨੂੰ ਆਪਣਾ ਆਪ ਸਮਰਪਣ ਕਰਨਾ ਪੈਂਦਾ ਗੁਰੂ ਦੇ ਅੱਗੇ। ਸਾਨੂੰ ਆਪਣੀ ਜਿਹੜੀ ਮੱਤ, ਆਪਦੀ ਸਿਆਣਪ ਛੱਡਣੀ ਪੈਂਦੀ। ਹੁਣ ਇਹ ਆਪਦੀ ਮੱਤ, ਆਪਦੀ ਸਿਆਣਪ ਛੱਡਣ ਵਾਸਤੇ ਹੀ ਇਹ ਆਪਸ ਸਿਮਰਨ ਕਰਦੇ, ਸਤ ਸੰਗਤ ਦੇ ਵਿੱਚ ਆਉਂਦੇ, ਤਾਂ ਕਿ ਸਾਡੀ ਆਪਣੀ ਮੱਤ ਖਤਮ ਹੋ ਜੇ, ਸਾਨੂੰ ਗੁਰੂ ਦੇ ਸਤਿਗੁਰ ਦੀ ਮੱਤ ਆ ਜੇ। ਜੇ ਸਾਨੂੰ ਗੁਰੂ ਦੀ ਮੱਤ ਆ ਜਾਏਗੀ, ਜੇ ਸਾਡੇ ਮਨ ਨੂੰ ਇਹ ਗਿਆਨ ਹੋ ਜਾਏਗਾ, ਅਤੇ ਗਿਆਨ ਦੁਆਰਾ ਰੁਕ ਜਾਏਗਾ। ਔਰ ਇਹ ਗਿਆਨ ਫਿਰ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ 1430 ਅੰਗ ਵਿੱਚ ਬਖਸ਼ਿਸ਼ ਕਰ ਵੀ ਆਪਣੇ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਰੋਕਣ ਵਾਸਤੇ ਇਹ ਅਸੀਂ ਗਿਆਨ ਲੈ। ਸੋ ਜੇ ਤਾਂ ਅਸੀਂ ਆਪਦੇ ਵਾਸਤੇ ਲਵਾਂਗੇ, ਅਸੀਂ ਇਹ ਗਿਆਨ ਨੂੰ ਆਪਦੇ 'ਤੇ ਲਾਗੂ ਕਰਾਂਗੇ, ਫਿਰ ਤਾਂ ਸਾਡਾ ਮਨ ਸਹਿਜ ਅਵਸਥਾ ਚਲਾ ਜਾਏਗਾ। ਜੇ ਅਸੀਂ ਗਿਆਨ ਲੈਂਦੇ ਹਾਂ ਵੀ ਹੋਰਾਂ ਨੂੰ ਸਮਝਾਉਣ ਵਾਸਤੇ, ਹੋਰਾਂ ਨੂੰ ਦੱਸਣ ਵਾਸਤੇ, ਜੇ ਅਸੀਂ ਇਹ ਗਿਆਨ ਨੂੰ ਆਪ ਨਹੀਂ ਕਮਾਉਂਦੇ, ਫਿਰ ਮਹਾਰਾਜ ਦੱਸਦੇ ਵੀ ਮਨ ਹਉਮੈ 'ਚ ਚਲਾ ਜਾਂਦਾ, ਹੰਕਾਰ ਵਿੱਚ ਚਲਾ ਜਾਂਦਾ। ਸੋ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਕਥਾ ਕਰਨੀ, ਗੁਰਬਾਣੀ ਨੂੰ ਪੜ੍ਹਨਾ, ਗਾਉਣਾ, ਵੀ ਇਹ ਮਨਮੁਖ ਵੀ ਕਰ ਲੈਂਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਥਨੀ ਜਿਹੜਾ ਇਕੱਲਾ ਉਹ ਮਨਮੁਖ ਵੀ ਕਰਦਾ, ਪਰ ਉਹ ਕਥਨੀ ਹੀ ਕਰਦਾ, ਕਥਾ ਹੀ ਕਰਦਾ, ਉਹਦੀ ਰਹਿਤ ਕੋਈ ਨਹੀਂ, ਉਹ ਰਹਿਤ ਆਪ ਹੀ ਨਹੀਂ ਰੱਖਦਾ। ਸਤਿਗੁਰੂ ਫਰਮਾਉਂਦੇ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਬਈ ਮਨਮੁਖ ਕਥਨੀ ਤਾਂ ਕਰਦਾ, ਕਥਾ ਤਾਂ ਕਰਦਾ, ਪਰ ਉਹਦੀ ਆਪਦੀ ਰਹਿਤ ਕੋਈ ਨਹੀਂ।
ਜਿਹੜੀਆਂ ਰਹਿਤਾਂ ਸਾਨੂੰ ਸਤਿਗੁਰੂ ਦੱਸਦੇ ਗੁਰਬਾਣੀ ਗੁਰੂ ਵਿੱਚ ਉਹ ਆਪ ਹੀ ਨਹੀਂ ਰਹਿਤ ਰੱਖਦੇ। ਸਤਿਗੁਰੂ ਕਹਿੰਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ, ਤੇ ਉਹ ਆਪ ਹੀ ਨਿੰਦਿਆ ਕਰੀ ਜਾਂਦਾ, ਉਹਦੀ ਰਹਿਤ ਕੋਈ। ਮਹਾਰਾਜ ਕਹਿੰਦੇ ਵੀ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਨੀ। ਉਹ ਜਿਹੜਾ ਮਨਮੁਖ ਉਹ ਆਪ ਹੀ ਕਰੀ ਜਾਂਦਾ। ਵੈਰ ਵਿਰੋਧ ਦੀ ਗੱਲ, ਹਉਮੈ ਹੰਕਾਰ ਦੀ ਗੱਲ ਆਪ ਹੀ ਕਰੀ ਜਾਂਦਾ। ਫਿਰ ਇਸ ਅਵਸਥਾ 'ਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਮਨਮੁਖ ਕਥਨੀ ਤਾਂ ਕਰਦਾ ਪਰ ਉਹਦੀ ਰਹਿਤ ਕੋਈ ਨਹੀਂ। ਬਈ ਉਹ ਉਪਦੇਸ਼ ਗੁਰਬਾਣੀ ਗੁਰੂ ਦਾ ਪੜ੍ਹ ਕੇ ਅੱਗੇ ਤਾਂ ਸੁਣਾਉਂਦਾ, ਪਰ ਜੋ ਬੋਲਦਾ ਉਸ ਨੂੰ ਆਪ ਹੀ ਨਹੀਂ ਮੰਨਦਾ, ਆਪ ਹੀ ਨਹੀਂ ਕਮਾਉਂਦਾ। ਸਤਿਗੁਰੂ ਫਰਮਾਉਂਦੇ ਉਪਦੇਸ਼ ਕਰੇ ਕਰ ਲੋਕ ਸੁਣਾਵੇ, ਆਪਣਾ ਕਹੇ ਆਪ ਨਾ ਕਮਾਵੇ। ਬਈ ਹੋਰਾਂ ਲੋਕਾਂ ਨੂੰ ਤਾਂ ਸੁਣਾਉਂਦਾ, ਉਪਦੇਸ਼ ਦਿੰਦਾ, ਪਰ ਜੋ ਬੋਲਦਾ ਉਹ ਆਪਣਾ ਬੋਲਿਆ ਹੋਇਆ ਆਪ ਹੀ ਨਹੀਂ ਸੁਣਦਾ, ਆਪ ਹੀ ਨਹੀਂ ਕਮਾਉਂਦਾ, ਆਪ ਹੀ ਨਹੀਂ ਮੰਨਦਾ। ਸੋ ਐਸੀ ਅਵਸਥਾ 'ਚ ਫਿਰ ਸਤਿਗੁਰੂ ਕਹਿੰਦੇ ਵੀ ਜਿਹੜਾ ਗਿਆਨ ਲੈਣਾ ਸੀ, ਲੈਣਾ ਤਾਂ ਆਪਦੇ ਵਾਸਤੇ ਸੀ। ਵੀ ਸਾਡਾ ਮਨ ਹੈ ਜਿਹੜਾ, ਉਹ ਮਨ ਸਹਿਜ ਵਿੱਚ ਆਵੇ, ਸਾਡਾ ਮਨ ਰੁਕੇ। ਉਹ ਮਨ ਤਾਂ ਆਪਣਾ ਤਾਂ ਰੁਕਿਆ ਹੀ ਨਹੀਂ। ਫਿਰ ਐਸਾ ਗਿਆਨ ਜਿਹੜਾ ਉਹ ਹਉਮੈ ਦਾ ਕਾਰਨ ਬਣਦਾ, ਉਹਦੇ ਨਾਲ ਹੰਕਾਰ ਆਉਂਦਾ। ਉਹ ਫਿਰ ਜੀਵ ਇਕੱਠਾ ਕਰਦਾ ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ, ਵੀ ਮੈਂ ਦੂਸਰੇ ਨੂੰ ਕਿਵੇਂ ਨੀਵਾਂ ਦਿਖਾਵਾਂ ਤਾਂ ਕਿ ਸੰਸਾਰ 'ਚ ਜੀਵ ਆਖਣ ਵੀ ਇਹਦੇ ਜਿੰਨਾ ਕੋਈ ਗਿਆਨੀ ਨਹੀਂ ਹੈ, ਜਿੰਨਾ ਇਹਨੂੰ ਗਿਆਨ ਹੈ ਉਹਨਾਂ ਕਿਸੇ ਨੂੰ ਹੋਰ ਗਿਆਨ ਹੋ ਨਹੀਂ ਸਕਦਾ। ਫਿਰ ਉਹਦੇ ਨਾਲ ਜੀਵ ਦੇ ਅੰਦਰ ਹੋਰ ਹੰਕਾਰ ਵੱਧਦਾ, ਹੋਰ ਹਉਮੈ ਵੱਧਦੀ। ਇਸ ਕਰਕੇ ਫਿਰ ਜਿਹੜਾ ਵਿਦਵਾਨ ਹੁੰਦਾ ਉਹਨੂੰ ਬਾਹਰੀ ਗਿਆਨ ਤਾਂ ਬਹੁਤ ਹੁੰਦਾ, ਉਹਨੂੰ ਅੱਖਰੀ ਗਿਆਨ ਬਹੁਤ ਹੁੰਦਾ, ਪਰ ਉਹਨੂੰ ਆਪਣੇ ਆਪੇ ਦਾ ਭੇਦ ਨਹੀਂ ਆਉਂਦਾ, ਉਹਨੂੰ ਅੰਦਰ ਦਾ ਗਿਆਨ ਨਹੀਂ ਆਉਂਦਾ, ਉਹਨੂੰ ਅੰਦਰ ਦੀ ਸੋਝੀ ਨਹੀਂ ਆਉਂਦੀ। ਉਹ ਗੁਰਬਾਣੀ ਨੂੰ ਵੀ ਜੇ ਪੜ੍ਹਦਾ ਹੈ ਤੇ ਉਹ ਪੜ੍ਹਦਾ ਉਵੇਂ ਜਿਵੇਂ ਉਹਨੇ ਸੰਸਾਰ ਦੀ ਵਿੱਦਿਆ ਪੜ੍ਹੀ ਹੁੰਦੀ, ਜਿਵੇਂ ਉਹ ਸੰਸਾਰ ਦੀਆਂ ਪੁਸਤਕਾਂ ਪੜ੍ਹਦਾ, ਉਹ ਗੁਰਬਾਣੀ ਨੂੰ ਵੀ ਵਿਆਕਰਨ ਮੁਤਾਬਕ ਪੜ੍ਹਦਾ। ਫਿਰ ਤੇ ਇਹਨਾਂ ਅੱਖਰਾਂ ਦੇ ਵਿੱਚ ਹੀ ਸਤਿਗੁਰੂ ਕਹਿੰਦੇ ਫਿਰ ਉਲਝ ਜਾਂਦਾ ਹੈ। ਜੋ ਹਰ ਤੱਤ ਹੈ ਬੀਜ ਮੰਤਰ ਨਾਮ, ਉਹ ਹਰ ਤੱਤ ਨੂੰ ਨਹੀਂ ਜਾਣਦਾ। ਸਤਿਗੁਰੂ ਫਰਮਾਉਂਦੇ ਪੁਸਤਕ ਪਾਠ ਵਿਆਕਰਨ ਬਖਾਣੇ, ਸੰਧਿਆ ਕਰਮ ਤਿਰਕਾਲ ਕਰੇ। ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੇ। ਬਈ ਆਪਦੀ ਮੱਤ ਦੁਆਰਾ ਜੀਵ ਜਦੋਂ ਬਾਣੀ ਪੜ੍ਹਦਾ, ਉਹ ਪੜ੍ਹਦਾ ਪੁਸਤਕ ਵਾਂਗੂ ਹੀ, ਕਿਤਾਬ ਵਾਂਗ, ਤੇ ਸਮਾਂ ਬੰਨ੍ਹ ਲੈਂਦਾ। ਸਵੇਰੇ ਬਾਣੀ ਪੜ੍ਹਨੀ ਹੈ, ਦੁਪਹਿਰੇ ਪੜ੍ਹਨੀ, ਸ਼ਾਮ ਨੂੰ ਪੜ੍ਹ ਲਈ, ਰਾਤ ਨੂੰ ਪੜ੍ਹ ਲਈ, ਪਰ ਉਹਦਾ ਪੜ੍ਹਦੇ ਹੋਏ ਮਨ ਆਪਦਾ ਹੀ ਨਹੀਂ ਟਿਕਦਾ, ਮਨ ਆਪਦਾ ਹੀ ਨਹੀਂ ਰੁਕਦਾ ਵਿਚਾਰਾਂ 'ਚ। ਸਤਿਗੁਰੂ ਇਸ ਲਈ ਕਹਿੰਦੇ ਵੀ ਸੰਧਿਆ ਜਿਹੜਾ ਉਹ ਮਨਮੁਖ ਵੀ ਕਰਦਾ ਹੈ, ਪਰ ਉਹਦਾ ਜੀਅ ਨਹੀਂ ਟਿਕਦਾ, ਉਹਦਾ ਮਨ ਨਹੀਂ ਟਿਕਦਾ। ਜਦੋਂ ਮਨ ਨਹੀਂ ਟਿਕਦਾ, ਕਿਉਂਕਿ ਮਨ ਨੂੰ ਹੀ ਤਾਂ ਟਿਕਾਉਣਾ ਸੀ, ਉਹ ਮਨ ਟਿਕਿਆ ਨਹੀਂ ਤੇ ਫਿਰ ਜਨਮ ਮਰਨ 'ਚ ਚਲਾ ਜਾਂਦਾ, ਫਿਰ ਜੂਨਾਂ 'ਚ ਖਵਾਰ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ ਨਾਨਕ ਸੰਧਿਆ ਕਰੇ ਮਨਮੁਖੀ, ਜੀਉ ਨਾ ਟਿਕੇ ਮਰ ਜੰਮੇ ਹੋਏ ਖਵਾਰ। ਬਈ ਸੰਧਿਆ ਮਨਮੁਖ ਵੀ ਕਰਦਾ, ਬਾਣੀ ਉਹ ਵੀ ਪੜ੍ਹਦਾ, ਪਰ ਉਹਦੀ ਨਿਸ਼ਾਨੀ ਕੀ ਹੈ? ਜਦੋਂ ਉਹ ਗੁਰਬਾਣੀ ਨੂੰ ਪੜ੍ਹਦਾ ਉਹਦਾ ਮਨ ਨਹੀਂ ਟਿਕਦਾ, ਮਨ ਉਹਦਾ ਵਿਚਾਰਾਂ 'ਚ ਫੁਰਨੀਆਂ 'ਚ ਭੱਜਾ ਫਿਰਦਾ। ਮਨ ਉਦੋਂ ਆਉਂਦਾ ਜਦੋਂ ਪਾਠ ਦੀ ਸਮਾਪਤੀ ਹੋਣ ਲੱਗਦੀ, ਅਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਹੋ ਗਏ, ਕਿਉਂਕਿ ਉੱਥੇ ਹਾਜ਼ਰੀ ਨਹੀਂ। ਹੁਣ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਫਿਰ ਰਸਤਾ,
ਇਹ ਧਾਤ ਦਾ ਰਸਤਾ ਤ੍ਰੈ ਗੁਣਾਂ 'ਚ, ਤ੍ਰੈ ਗੁਣਾਂ ਦੇ ਵਿੱਚ ਉਹ ਬਾਣੀ ਨੂੰ ਪੜ੍ਹਦਾ, ਵਿਚਾਰਾਂ ਦੇ ਵਿੱਚ। ਮਹਾਰਾਜ ਕਹਿੰਦੇ ਤ੍ਰੈ ਗੁਣਾਂ ਦੇ ਵਿੱਚ ਪੜ੍ਹ ਕੇ ਉਹ ਹਰ ਤੱਤ ਨੂੰ ਨਹੀਂ ਜਾਣ ਸਕਦਾ। ਨਾਮ ਨੂੰ, ਜਿਹਨੂੰ ਬੀਜ ਮੰਤਰ ਕਹਿੰਦੇ, ਜਿਹਨੂੰ ਸਤਨਾਮ ਕਹਿੰਦੇ, ਸਤਨਾਮ ਨੂੰ ਨਹੀਂ ਜਾਣ ਸਕਦਾ। ਫਿਰ ਮਹਾਰਾਜ ਕਹਿੰਦੇ ਵੀ ਦੁਬਾਰਾ ਵਾਪਸ ਆਕਾਰਾਂ ਦੇ ਵਿੱਚ ਫਿਰ ਚਲਾ ਜਾਏਗਾ। ਇਸ ਲਈ ਫਰਮਾਉਂਦੇ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ। ਬਈ ਤ੍ਰੈ ਗੁਣਾਂ ਦੇ ਵਿੱਚ ਜੀਵ ਬਾਣੀ ਨੂੰ ਪੜ੍ਹ ਕੇ ਆਪਣੇ ਮੂਲ ਦੀ ਪਹਿਚਾਣ ਨਹੀਂ ਕਰਦਾ, ਨਾ ਸ਼ਬਦ ਗੁਰੂ ਦੀ ਪਹਿਚਾਣ, ਉਹਦਾ ਮਨ ਰੁਕਦਾ ਹੀ ਨਹੀਂ, ਠਹਿਰਦਾ ਹੀ ਨਹੀਂ। ਹੁਣ ਤ੍ਰੈ ਗੁਣਾਂ 'ਚ ਜੀਵ ਗੁਰਬਾਣੀ ਨੂੰ ਪੜ੍ਹ ਕੇ ਫਿਰ ਉਹ ਕਥਾ ਵਿਚਾਰ ਵੀ ਕਰਦਾ। ਜਦੋਂ ਉਹ ਕਥਾ ਕਰਦਾ, ਨਾ ਤਾਂ ਉਹ ਆਪ ਮੁਕਤ ਹੁੰਦਾ ਤੇ ਨਾ ਜਿਹੜੇ ਸੁਣਨ ਵਾਲੇ ਉਹ ਮੁਕਤ ਹੁੰਦੇ, ਨਾ ਉਹਦਾ ਆਪਦਾ ਧਿਆਨ ਟਿਕਦਾ ਮਨ, ਤੇ ਨਾ ਜਿਹੜੇ ਸੁਣਨ ਵਾਲੇ ਉਹਨਾਂ ਦਾ ਟਿਕਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਫਿਰ ਉਹ ਮੋਖ ਦੇ ਦਵਾਰ ਤੱਕ ਵੀ ਨਹੀਂ ਪਹੁੰਚ ਸਕਦੇ, ਜਿੱਥੋਂ ਸਾਨੂੰ ਮੁਕਤੀ ਮਿਲਣੀ, ਜਿੱਥੋਂ ਸਾਨੂੰ ਅਮਰ ਪਦਵੀ ਹਾਸਲ ਹੋਣੀ, ਉਹ ਮੋਖ ਦੇ ਦਰ 'ਤੇ ਵੀ ਨਹੀਂ ਜਾ ਸਕਦੇ। ਸਤਿਗੁਰੂ ਐਸੀ ਅਵਸਥਾ 'ਚ ਫਰਮਾਉਂਦੇ ਤ੍ਰੈ ਗੁਣ ਸਭਾ ਧਾਤ ਹੈ, ਪੜ੍ਹ ਪੜ੍ਹ ਕਰੇ ਵਿਚਾਰ, ਮੁਕਤ ਕਦੇ ਨਾ ਹੋਵੇ ਨਾ ਪਾਇਣ ਮੋਖ ਦਵਾਰ। ਬਈ ਨਾ ਤਾਂ ਉਹ ਆਪ ਮੁਕਤ ਹੁੰਦੇ ਜਿਹੜੇ ਕਥਾ ਕਰਦੇ, ਨਾ ਜਿਹੜੇ ਸੁਣਨ ਵਾਲੇ ਉਹ ਮੁਕਤ ਹੁੰਦੇ, ਕਿਉਂਕਿ ਉਹ ਗੁਰਬਾਣੀ ਨੂੰ ਪੜ੍ਹ ਕੇ ਉਹ ਕਥਾ ਵੀ ਤ੍ਰੈ ਗੁਣਾਂ 'ਚ ਕਰਦੇ ਸੰਸਾਰ ਦੀ। ਬਈ ਇੱਧਰ ਸੰਸਾਰ ਦੀਆਂ ਕਹਾਣੀਆਂ ਸੁਣਾਈ ਜਾਣਗੇ, ਉਹ ਸਾਨੂੰ ਇਹ ਨਹੀਂ ਦੱਸਣਗੇ ਵੀ ਇਹ ਮਾਇਆ ਤੋਂ ਅਸੀਂ ਮੁਕਤ ਕਿਵੇਂ ਹੋਣ, ਉਹ ਸਾਨੂੰ ਮਾਇਆ ਨਾਲ ਹੀ ਜੋੜੀ ਜਾਣਗੇ। ਵੀ ਜੇ ਤੁਸੀਂ ਸੰਸਾਰ ਦੀ ਕੋਈ ਵਸਤੂ ਹਾਸਲ ਕਰਨੀ ਤੇ ਤੁਸੀਂ ਆਹ ਪਾਠ ਕਰ ਲਓ, ਜੇ ਤੁਹਾਡੇ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੈ ਤਾਂ ਤੁਸੀਂ ਆਹ ਪਾਠ ਕਰ ਲਓ, ਜੇ ਤੁਹਾਡੇ ਸਿਰ 'ਤੇ ਕੋਈ ਕਰਜ਼ਾ ਚੜ੍ਹਿਆ, ਤੁਹਾਡਾ ਕਰਜ਼ਾ ਲੱਥ ਜੂ, ਤੁਸੀਂ ਆਹ ਕਰ ਲਓ। ਜਾਣੀ ਦੇ ਉਹ ਸਾਨੂੰ ਇਹ ਨਹੀਂ ਦੱਸਣਗੇ ਵੀ ਇੱਥੋਂ ਤੁਸੀਂ ਮੁਕਤ ਹੋਵੋ, ਮਾਇਆ ਦੇ ਜੰਜਾਲ 'ਚੋਂ ਨਿਕਲੋ, ਉਹ ਸਾਨੂੰ ਹੋਰ ਫਸਣ ਦੀਆਂ ਤਰਕੀਬਾਂ ਦੱਸਣਗੇ। ਅਤੇ ਸਾਨੂੰ ਲੱਗਦਾ ਵੀ ਉਹ ਕਿਹੜਾ ਕੋਈ ਮਾੜੀ ਗੱਲ ਕਹਿੰਦੇ, ਉਹ ਵੀ ਤਾਂ ਪਾਠ ਹੀ ਦੱਸਦੇ, ਵੀ ਉਹ ਕਿਹੜਾ ਕਿਤੇ ਹੋਰ ਕੁਛ ਕਹਿੰਦੇ, ਉਹ ਵੀ ਤਾਂ ਕਹਿੰਦੇ ਵੀ ਪਾਠ ਕਰੋ। ਇਹ ਨਹੀਂ ਪਤਾ ਵੀ ਪਾਠ ਕਰਨਾ ਕਾਹਦੇ ਵਾਸਤੇ। ਬਈ ਪਾਠ ਅਸੀਂ ਇਸ ਵਾਸਤੇ ਨਹੀਂ ਕਰਨਾ ਵੀ ਸੰਸਾਰ ਦੀਆਂ ਦੁਨਿਆਵੀ ਮੰਗਾਂ ਮਨਾਉਣ ਵਾਸਤੇ, ਜਾਂ ਅਸੀਂ ਸੰਸਾਰ ਦੀਆਂ ਵਸਤੂਆਂ ਵਾਸਤੇ। ਪਾਠ ਤਾਂ ਇਸ ਵਾਸਤੇ ਕਰੀਦਾ ਵੀ ਪਾਠ 'ਚ ਸਾਨੂੰ ਗੁਰਬਾਣੀ ਗੁਰੂ ਕਹਿੰਦੇ ਕੀ ਨੇ, ਵੀ ਤਾਂ ਕਿ ਉਹ ਗਿਆਨ ਲੈ ਕੇ ਅਸੀਂ ਮਨ ਨੂੰ ਆਪਣੇ ਨੂੰ ਟਿਕਾਈਏ। ਸਾਡਾ ਮਨ ਜਿਹੜਾ ਭੱਜਾ ਫਿਰਦਾ ਵਿਚਾਰਾਂ 'ਚ, ਜਿਹੜਾ ਰੁਕਦਾ ਨਹੀਂ, ਇਹ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਇਹਨੂੰ ਸੁੱਖ ਨਹੀਂ ਮਿਲਦਾ। ਗੁਰਬਾਣੀ ਗੁਰੂ 'ਚੋਂ ਤਾਂ ਅਸੀਂ ਇਹ ਗਿਆਨ ਲੈਣਾ ਸੀ ਵੀ ਇਹ ਭੱਜੇ ਫਿਰਦੇ ਮਨ ਨੂੰ ਰੋਕੀਏ ਕਿਵੇਂ। ਹੁਣ ਰੋਕਣ ਦੀ ਬਜਾਏ ਅਸੀਂ ਤਾਂ ਉਹ ਕਰੀ ਹੀ ਸੰਸਾਰ ਦੀਆਂ ਵਸਤੂਆਂ ਵਾਸਤੇ ਜਾਂਦੇ ਹਾਂ, ਅਤੇ ਫਿਰ ਮਨ ਕਿੱਥੇ ਰੁਕਣਾ, ਫਿਰ ਮਨ ਕਿੱਥੇ ਠਹਿਰੇਗਾ। ਸਾਈਆਂ ਫਿਰ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਦ ਤੱਕ ਅਸੀਂ ਆਪਦੀ ਮੱਤ ਦੁਆਰਾ ਗੁਰਬਾਣੀ ਨੂੰ ਪੜ੍ਹਦੇ ਵੀ ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਧੋਤਾ ਹੀ ਨਹੀਂ ਜਾਂਦਾ। ਆਈਆਂ ਆਪਾਂ ਦੇਖਦੇ ਕਈ ਜੀਵਾਂ ਨੂੰ ਸਾਰੀ ਉਮਰ ਬੀਤ ਜਾਂਦੀ, ਗੁਰੂ ਘਰ ਵੀ ਆਉਂਦੇ, ਬਾਣੀ ਵੀ ਪੜ੍ਹਦੇ ਆ, ਪਰ ਉਹਨਾਂ ਦੇ ਅੰਦਰ ਵੈਰ ਵਿਰੋਧ ਉਵੇਂ ਹੀ, ਈਰਖਾ ਨਫ਼ਰਤ ਉਵੇਂ ਹੀ ਆ, ਹਉਮੈ ਹੰਕਾਰ ਉਵੇਂ ਹੀ, ਸਹਿਣਸ਼ੀਲਤਾ ਸਬਰ ਸੰਤੋਖ ਬਿਲਕੁਲ ਵੀ ਹੈ ਨਹੀਂ। ਥੋੜ੍ਹੀ ਜਿਹੀ ਕੋਈ ਗੱਲ ਆਖੇ ਤੇ ਗੁੱਸਾ ਇਉਂ ਚੜ੍ਹਦੇ, ਅੱਗ ਬਬੂਲਾ ਹੋ ਜਾਂਦੀ। ਹੁਣ ਜੇ ਅਸੀਂ ਆਖੀਏ ਵੀ ਇਹ ਅਵਸਥਾ ਸਾਡੀ, ਵੀ ਛੋਟੀ ਛੋਟੀ ਗੱਲ 'ਤੇ ਸਾਨੂੰ ਗੁੱਸਾ ਚੜ੍ਹਦਾ,
ਤੇ ਫਿਰ ਅਸੀਂ ਸਿੱਖਿਆ ਕੀ ਲਈ? ਫਿਰ ਸਾਡਾ ਮਨ ਠਹਿਰਿਆ ਕਿੱਥੇ? ਸਾਡੇ ਮਨ ਦੇ ਵਿੱਚ ਤਾਂ ਜਿਹੜਾ ਟਿਕਾਓ ਆਇਆ ਹੀ ਨਾ, ਸਾਡੇ ਅੰਦਰ ਸਹਿਜ ਅਵਸਥਾ ਤਾਂ ਆਈ ਹੋਈ ਨਾ। ਫਿਰ ਸਾਨੂੰ ਲਾਹਾ ਕੀ ਹੋਇਆ, ਸਾਨੂੰ ਲਾਭ ਕੀ ਹੋਇਆ? ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਇਕੱਲਾ ਪੜ੍ਹਨ ਦੇ ਨਾਲ ਜਦ ਤੱਕ ਅਸੀਂ ਵਿਚਾਰਦੇ ਨਹੀਂ, ਸਾਡੇ ਮਨ ਦੀ ਮੈਲ ਨਹੀਂ ਉਤਰਦੀ। ਤੁਸੀਂ ਬੇਸ਼ੱਕ ਸਤਿਗੁਰੂ ਕਹਿੰਦੇ ਉਹਨਾਂ ਗਿਆਨੀਆਂ ਤੋਂ ਪੁੱਛੋ ਜਿਨ੍ਹਾਂ ਨੇ ਇਹ ਸਾਰਾ ਗਿਆਨ ਲਿਆ। ਇਕੱਲਾ ਪੜ੍ਹਨ ਦੇ ਨਾਲ ਜੇ ਅਸੀਂ ਨਹੀਂ ਵਿਚਾਰਾਂਗੇ, ਨਹੀਂ ਗੁਰੂ ਦੀ ਮੱਤ ਲਵਾਂਗੇ, ਸਾਡੇ ਮਨ ਦੀ ਮੈਲ ਨਹੀਂ ਉਤਰਨੀ। ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਮਨ ਨਿਰਮਲ ਨਹੀਂ ਹੁੰਦਾ। ਆਪਣੀ ਮੱਤ ਦੁਆਰਾ ਜੀਵ ਚਾਹੇ ਸਿਮਰਨ ਵੀ ਕਰੀ ਜਾਵੇ, ਬਾਣੀ ਵੀ ਪੜ੍ਹੀ ਜਾਵੇ, ਪਰ ਉਹਦਾ ਮਨ ਨਹੀਂ ਧੋਤਾ ਜਾਂਦਾ। ਮਹਾਰਾਜ ਤਾਂਹੀਓ ਫਰਮਾਉਂਦੇ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸ਼ਰਨ ਆਏ ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ। ਬਈ ਮਨਮੁਖ ਜੀਵ ਥੱਕ ਕੇ ਬਾਣੀ ਵੀ ਪੜ੍ਹੀ, ਸੇਵਾ ਵੀ ਕੀਤੀ, ਸਿਮਰਨ ਵੀ ਕੀਤਾ, ਪਰ ਮਨ ਦੀ ਮੈਲ ਨਾ ਲੱਥੀ। ਅੰਦਰੋਂ ਜਿਹੜਾ ਵੈਰ ਵਿਰੋਧ ਸੀ, ਈਰਖਾ ਨਫ਼ਰਤ ਤੋਂ ਗਈ ਨਹੀਂ। ਮਨ ਦੇ ਅੰਦਰੋਂ ਹਉਮੈ ਹੰਕਾਰ ਗਿਆ ਹੀ ਨਹੀਂ, ਗੁੱਸਾ ਗਿਆ ਹੀ ਨਹੀਂ, ਸਹਿਣਸ਼ੀਲਤਾ ਸਬਰ ਸੰਤੋਖ ਹੀ ਆਇਆ ਹੀ ਨਹੀਂ। ਤੇ ਸਤਿਗੁਰੂ ਕਹਿੰਦੇ ਫਿਰ ਤੁਹਾਨੂੰ ਸੇਵਾ ਕੀਤੀ ਦਾ ਫਾਇਦਾ ਕੀ ਹੋਏ? ਸੇਵਾ ਤਾਂ ਇਸ ਕਰਕੇ ਕੀਤੀ ਜਾਂਦੀ ਵੀ ਸਾਡਾ ਮਨ ਸ਼ੁੱਧ ਹੋਵੇ। ਜੇ ਹੁਣ ਅੰਦਰੋਂ ਵੈਰ ਵਿਰੋਧ ਗਿਆ ਕੋਈ ਨਹੀਂ, ਈਰਖਾ ਨਫ਼ਰਤ ਗਈ ਕੋਈ ਨਹੀਂ, ਪਰਾਈ ਨਿੰਦਿਆ ਮੁੱਖ ਤੋਂ ਜੀਵ ਨੇ ਛੱਡੀ ਕੋਈ ਨਹੀਂ, ਫਿਰ ਤਾਂ ਸਤਿਗੁਰੂ ਕਹਿੰਦੇ ਤੁਹਾਡੀ ਕੀਤੀ ਹੋਈ ਸੇਵਾ ਨਹੀਂ ਫਲੀ ਚਲੀ ਗਈ। ਤੁਹਾਨੂੰ ਲਾਭ ਕੀ ਹੋਇਆ? ਤੁਹਾਨੂੰ ਫਾਇਦਾ ਕੀ ਹੋਇਆ? ਮਹਾਰਾਜ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਜਿਵੇਂ ਹੁਣ ਸੰਸਾਰ ਦੇ ਵਿੱਚ ਵਹਿਮ ਭਰਮ ਬੜੇ, ਜੀਵ ਨੂੰ ਕਈ ਵਾਰੀ ਇੱਦਾਂ ਲੱਗਦਾ ਵੀ ਮੇਰੀ ਸੇਵਾ ਦਾ ਫਲ ਕਿਸੇ ਨੂੰ ਹੋਰ ਨਾ ਮਿਲ ਜੇ। ਜਾਂ ਜਿਵੇਂ ਕੋਈ ਜੀਵ ਮੰਨ ਲਓ ਕਿਤੇ ਜਾਣਾ ਹੀ ਆ, ਜੇ ਕੋਈ ਲੈ ਕੇ ਜਾਂਦਾ ਤੇ ਉਹ ਜੀਵ ਸਮਝਦਾ ਵੀ ਮੇਰਾ ਤਾਂ ਫਲ ਇਹਨੂੰ ਹੀ ਮਿਲ ਜਾਣਾ, ਵੀ ਮੇਰਾ ਤਾਂ ਜਿਹੜਾ ਗਿਆ ਹੋਇਆ ਉਹ ਸਫਲ ਹੀ ਨਹੀਂ ਹੋਣਾ। ਹੁਣ ਆਪਾਂ ਨੂੰ ਫਿਰ ਗੁਰਬਾਣੀ ਗੁਰੂ 'ਚ ਦੱਸਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ, ਵੀ ਬੇਅਰਥ ਸਾਡਾ ਕਦੋਂ ਜਾਂਦਾ ਜਦੋਂ ਅਸੀਂ ਕਹਿਣਾ ਨਹੀਂ ਮੰਨਦੇ। ਜਿਵੇਂ ਹੁਣ ਜੀਵ ਸੇਵਾ ਤਾਂ ਕਰਦਾ, ਗੁਰੂ ਘਰ ਵੀ ਆਉਂਦਾ, ਬਾਣੀ ਵੀ ਪੜ੍ਹਦਾ, ਅਤੇ ਜੇ ਹੁਣ ਮਹਾਰਾਜ ਕਹਿੰਦੇ ਆਹ ਕੁਛ ਤੁਸੀਂ ਛੱਡਿਆ ਨਹੀਂ, ਪਰਾਈ ਨਿੰਦਿਆ ਤੁਸੀਂ ਮੁੱਖ ਤੋਂ ਛੱਡੀ ਕੋਈ ਨਹੀਂ, ਤਾਂ ਤੁਹਾਡੀ ਸੇਵਾ ਤਾਂ ਨਹੀਂ ਫਲ ਚੱਲੀ ਗਈ, ਤੁਹਾਨੂੰ ਫਾਇਦਾ ਹੀ ਨਹੀਂ ਹੋਇਆ, ਉਹਦਾ ਲਾਭ ਹੀ ਨਹੀਂ ਹੋਇਆ ਤੁਹਾਨੂੰ। ਇਹ ਹੋ ਗਏ ਸੇਵਾ ਕਰਕੇ ਫਲ ਤਾਂ ਇਹ ਮਿਲਣਾ ਸੀ ਵੀ ਸਾਡਾ ਮਨ ਸ਼ੁੱਧ ਹੁੰਦਾ, ਸਾਡਾ ਮਨ ਨਿਰਮਲ ਹੁੰਦਾ, ਪਰ ਉਹ ਮਨ ਤਾਂ ਨਿਰਮਲ ਹੋਇਆ ਹੀ ਨਾ, ਅੰਦਰੋਂ ਹਉਮੈ ਹੰਕਾਰ ਤਾਂ ਗਿਆ ਹੀ ਨਾ। ਤਾਈਓ ਤਾਂ ਅਸੀਂ ਪਰਾਈ ਨਿੰਦਿਆ ਕਰਦੇ। ਹੁਣ ਨਿੰਦਿਆ ਜੀਵ ਪਰਾਈ ਕਦੋਂ ਕਰਦਾ? ਜਦੋਂ ਉਹਦੇ ਅੰਦਰ ਹੰਕਾਰ ਹੁੰਦਾ, ਉਹਦੇ ਅੰਦਰ ਹਉਮੈ ਹੁੰਦੀ ਵੀ ਮੈਂ ਬਹੁਤ ਚੰਗਾ ਦੂਜਾ ਮਾੜਾ। ਇਸੇ ਕਰਕੇ ਜੀਵ ਨਿੰਦਾ ਕਰਦਾ ਨਾ ਦੂਸਰੇ ਦੀ ਨਖੇਦੀ, ਵੀ ਮੈਂ ਬਹੁਤ ਚੰਗਾ ਉਹ ਦੂਜਾ ਮਾੜਾ, ਤਾਂ ਕਰਕੇ ਉਹਦੀ ਨਿੰਦਿਆ ਕਰਦੇ ਹਾਂ ਅਸੀਂ। ਹੁਣ ਸਤਿਗੁਰੂ ਕਹਿੰਦੇ ਜੇ ਤੁਸੀਂ ਜੀਵਨ ਦਾ ਲਾਹਾ ਖੱਟਣਾ, ਫਿਰ ਤੁਸੀਂ ਐਸੀ ਅਵਸਥਾ 'ਚ ਆਓ ਬਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਬਈ ਅਸੀਂ ਤਾਂ ਨਹੀਂ ਚੰਗੇ ਪਰ ਹੋਰ ਕੋਈ ਬੁਰਾ ਨਹੀਂ। ਹੁਣ ਜਿਹੜਾ ਜੀਵ ਨਿੰਦਿਆ ਕਰਦਾ ਉਹ ਤਾਂ ਸਿੱਧਾ ਹੀ ਇਹ ਗੁਰਬਾਣੀ ਗੁਰੂ ਤੋਂ ਉਲਟ ਕਰ ਰਿਹਾ ਵੀ ਮੈਂ ਚੰਗਾ ਦੂਜਾ ਮਾੜਾ, ਤਾਂ ਕਰਕੇ ਉਹਦੀ ਨਿੰਦਿਆ ਕਰਦਾ। ਅਤੇ ਫਿਰ ਅਸੀਂ ਆਖੀਏ ਵੀ ਸਾਨੂੰ ਫਲ ਮਿਲੇਗਾ, ਅਤੇ ਫਲ ਕਾਹਦਾ ਮਿਲਣਾ? ਫਲ ਕੀ ਮਿਲਿਆ? ਫਲ ਤਾਂ ਸਾਨੂੰ ਮਿਲਿਆ ਹੀ ਨਾ ਸੇਵਾ ਦਾ। ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਛੱਡਣੀਆਂ ਸੀ, ਜਿਹਦੇ ਵਾਸਤੇ ਅਸੀਂ ਗਿਆਨ ਲੈਣਾ ਸੀ, ਆਪਣੇ ਵਾਸਤੇ, ਆਪਦੇ ਮਨ ਨੂੰ ਰੋਕਣ ਵਾਸਤੇ, ਉਹ ਮਨ ਤਾਂ ਰੁਕਿਆ ਹੀ ਨਾ। ਉਹ ਵੈਰ ਵਿਰੋਧ
ਵੱਲੋਂ ਤਾਂ ਮਨ ਹਟਿਆ ਹੀ ਨਾ, ਨਿੰਦਿਆ ਚੁਗਲੀ ਵੱਲੋਂ ਤਾਂ ਮਨ ਹਟਿਆ ਹੀ ਨਾ, ਤੇ ਸਾਨੂੰ ਕੀ ਲਾਭ ਹੋਇਆ, ਕੀ ਲਾਹਾ ਹੋਇਆ, ਕੁਛ ਮੈਨੂੰ। ਸੋ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੀ ਸੇਵਾ ਕਰਦੇ ਹਾਂ ਜਾਂ ਗੁਰਬਾਣੀ ਪੜ੍ਹਦੇ ਹਾਂ ਜਾਂ ਅਸੀਂ ਸਿਮਰਨ ਕਰਦੇ ਹਾਂ, ਇਹ ਕਿਸੇ ਹੋਰ ਵਾਸਤੇ ਨਹੀਂ, ਇਹ ਅਸੀਂ ਆਪਣੇ ਆਪੇ ਵਾਸਤੇ ਕਰਨਾ, ਆਪਣੇ ਆਪੇ ਨੂੰ ਸਵਾਰਨ ਵਾਸਤੇ ਕਰਨਾ ਅਸੀਂ, ਵੀ ਸਾਡਾ ਆਪਣਾ ਆਪਾ ਸਵਰ ਜੇ। ਸਾਡਾ ਜਿਹੜਾ ਮਨ ਮੈਲਾ ਹੋ ਚੁੱਕਿਆ, ਜਿਹੜਾ ਸਾਡਾ ਮਨ ਬਕਾਰੀ ਹੋ ਚੁੱਕਿਆ, ਬਕਾਰਾਂ ਤੋਂ ਰੁਕ ਜੀ। ਜਿਹੜਾ ਸਾਡਾ ਮਨ ਮੈਲਾ ਹੋ ਗਿਆ, ਸਾਡਾ ਮਨ ਨਿਰਮਲ ਹੋ ਜੇ, ਸ਼ੁੱਧ ਹੋ ਜੇ। ਤਾਂ ਫਿਰ ਮਹਾਰਾਜ ਸਮਝਾਉਂਦੇ ਵੀ ਕਿਸੇ ਹੋਰ ਵਾਸਤੇ ਨਹੀਂ, ਇਹ ਗਿਆਨ ਆਪਦੇ ਵਾਸਤੇ। ਜੇ ਹੁਣ ਸਾਡਾ ਮਨ ਆਪਦਾ ਹੀ ਨਹੀਂ ਰੁਕਿਆ ਤੇ ਅਸੀਂ ਆਪ ਹੀ ਨਹੀਂ ਗਿਆਨ ਲਿਆ, ਤੇ ਫਿਰ ਹੋਰ ਕਿਸੇ ਨੂੰ ਸੁਣਾ ਕੇ ਅਸੀਂ ਕੀ ਲੈਣਾ, ਜਦੋਂ ਸਾਡਾ ਮਨ ਹੀ ਨਹੀਂ ਰੁਕੀ। ਰੋਕਣਾ ਤਾਂ ਆਪਦੇ ਮਨ ਨੂੰ ਸੀ, ਆਪਦੇ ਮਨ ਨੂੰ ਵਸ ਵਿੱਚ ਕਰਨਾ ਸੀ। ਸੋ ਤਾਂ ਫਿਰ ਮਹਾਰਾਜ ਸਮਝਾਉਂਦੇ ਵੀ ਕਿਸੇ ਹੋਰ ਵਾਸਤੇ ਨਹੀਂ, ਤੁਹਾਡੇ ਆਪਣੇ ਵਾਸਤੇ ਤੁਸੀਂ ਇਹ ਗਿਆਨ ਲੈਣਾ, ਖੁਦ ਵਾਸਤੇ। ਤਾਈਆਂ ਮਹਾਰਾਜ ਸਮਝਾਉਂਦੇ, ਮਨ ਸਮਝਾਵਣ ਕਾਰਨੇ ਕਛੂ ਕੁ ਪੜੀਏ ਗਿਆਨ, ਵੀ ਆਪਦੇ ਮਨ ਨੂੰ ਸਮਝਾਉਣ ਵਾਸਤੇ, ਆਪਣੇ ਮਨ ਨੂੰ ਰੋਕਣ ਵਾਸਤੇ, ਆਪਣੇ ਮਨ ਮੈਲੇ ਨੂੰ ਮਾਂਜਣ ਵਾਸਤੇ ਗਿਆਨ। ਸੋਝੀ ਗੁਰੂ ਦੀ ਮੱਤ। ਹੁਣ ਜੇ ਤਾਂ ਅਸੀਂ ਆਪਦੇ ਵਾਸਤੇ ਲਵਾਂਗੇ ਤੇ ਫਿਰ ਤਾਂ ਸਾਡਾ ਮਨ ਨਿਮਰਤਾ 'ਚ ਆਏਗਾ, ਸਹਿਜ ਵਿੱਚ ਆਏਗਾ। ਜੇ ਅਸੀਂ ਹੋਰਾਂ ਵਾਸਤੇ ਲਵਾਂਗੇ ਤੇ ਫਿਰ ਹੰਕਾਰ ਵਿੱਚ ਆਏਗਾ। ਜੇ ਅਸੀਂ ਆਪਦੇ ਤੇ ਗਿਆਨ ਨੂੰ ਲਾਗੂ ਕਰਾਂਗੇ, ਫਿਰ ਇਹ ਗਿਆਨ ਦੁਬਾਰਾ ਜਾਗਦਾ ਹੋਇਆ ਫਿਰ ਇਹ ਅੱਗੇ ਧਿਆਨ ਵਿੱਚ ਚਲਾ ਜਾਏਗਾ, ਜਦੋਂ ਆਪਣੇ ਆਪੇ ਤੇ ਲਾਗੂ ਕਰੇ। ਜੇ ਅਸੀਂ ਦੂਸਰਿਆਂ ਵਾਸਤੇ ਇਕੱਠਾ ਕਰਾਂਗੇ ਤੇ ਆਪਦੇ ਆਪ ਤੇ ਲਾਗੂ ਨਹੀਂ ਕਰਾਂਗੇ, ਫਿਰ ਅਸੀਂ ਵਿਦਵਾਨ ਬਣ ਜਾਵਾਂਗੇ। ਜਿਹੜਾ ਵਿਦਵਾਨ ਹੁੰਦਾ ਉਹਨੂੰ ਸਿਰਫ ਗਿਆਨ ਹੁੰਦਾ, ਇਕੱਲਾ ਹੀ ਅੱਖਰੀ। ਉਹਦਾ ਜਿਹੜਾ ਮਨ ਹੈ ਉਹ ਮਨ ਨਹੀਂ ਟਿਕਦਾ, ਉਹਦਾ ਮਨ ਦੇ ਅੰਦਰ ਆਪਦੇ ਹੰਕਾਰ ਹੁੰਦਾ ਤੇ ਹਉਮੈ ਹੁੰਦੀ, ਤੇ ਉਹਨੇ ਬਾਹਰੀ ਗਿਆਨ ਇਕੱਠਾ ਕੀਤਾ ਹੁੰਦਾ ਅੱਖਰੀ, ਤੇ ਉਹਦੀ ਮਾਲਕ ਦੇ ਨਾਲ ਪ੍ਰੀਤਮ ਨਹੀਂ ਹੁੰਦੀ, ਪਿਆਰ ਨਹੀਂ ਹੁੰਦੀ। ਹੁਣ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਵੀ ਜੇ ਅਸੀਂ ਬਾਹਰੀ ਪਹਿਰਾਵਾ ਤਾਂ ਗੁਰਮੁਖਾਂ ਵਾਲਾ ਕਰ ਲਿਆ, ਮੁਖ ਤੋਂ ਇਕੱਲਾ ਗਿਆਨ ਦੀਆਂ ਗੱਲਾਂ ਵੀ ਕਰਦੇ ਹਾਂ, ਪਰ ਸਾਡੇ ਹਿਰਦੇ 'ਚ ਨਹੀਂ ਵਸਿਆ, ਫਿਰ ਉਹ ਇਸ ਤਰ੍ਹਾਂ ਵੀ ਜਿਵੇਂ ਇੱਕ ਮ੍ਰਿਤਕ ਜੀਵ ਹੁੰਦਾ, ਮਰਦਾ ਤੇ ਉਹ ਮਰਦੇ ਦੇਹ ਨੂੰ ਸ਼ਿੰਗਾਰ ਦਿੰਦੇ। ਜਿਵੇਂ ਆਪਾਂ ਦੇਖਦੇ ਸੰਸਾਰ 'ਚ ਕੋਈ ਜੀਵ ਦੇਹ ਛੱਡ ਜਾਂਦਾ, ਉਹਨੂੰ ਨਵਾ ਧਵਾ ਕੇ ਉਹਦੇ ਨਵੇਂ ਕੱਪੜੇ ਪਾ ਦਿੰਦੇ। ਹੁਣ ਮਰਦੇ ਨੂੰ ਉਹ ਨਵੇਂ ਕੱਪੜਿਆਂ ਦਾ ਕੀ ਲਾਭ, ਉਹਨੂੰ ਉਹਦਾ ਸ਼ਿੰਗਾਰ ਦਾ ਕੀ ਲਾਭ, ਕੁਛ ਵੀ ਨਹੀਂ। ਔਰ ਇਸੇ ਤਰ੍ਹਾਂ ਹੀ ਜੇ ਸਾਡੇ ਅੰਦਰ ਪ੍ਰੀਤ ਨਹੀਂ ਮਾਲਕ ਦੇ ਨਾਲ, ਫਿਰ ਮਹਾਰਾਜ ਕਹਿੰਦੇ ਬਾਹਰੀ ਲਿਬਾਸ ਸਾਡਾ ਆਏ ਆ ਜਿਵੇਂ ਉਹ ਮ੍ਰਿਤਕ ਦੇਹ ਨੂੰ ਸ਼ਿੰਗਾਰਿਆ ਹੁੰਦਾ। ਰਮਾਉਂਦੇ ਨੇ ਅਤ ਸੁੰਦਰ ਲੀਨ ਚਤਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਬਈ ਬਾਹਰੋਂ ਅਸੀਂ ਬੜੇ ਸੋਹਣੇ ਦਿਸੀਏ, ਬੜਾ ਸੋਹਣਾ ਲਿਬਾਸ ਪਾਈਏ ਤੇ ਮੁੱਖ ਤੋਂ ਗਿਆਨ ਦੀਆਂ ਗੱਲਾਂ ਵੀ ਕਰੀਏ, ਪਰ ਜੇ ਸਾਡੀ ਅੰਦਰ ਪ੍ਰੀਤ ਨਹੀਂ ਮਾਲਕ ਦੇ ਨਾਲ, ਜੇ ਅਸੀਂ ਅੰਦਰੋਂ ਨਾਮ ਦੇ ਨਾਲ ਜੁੜੇ ਨਹੀਂ, ਸੱਚ ਨਾਲ ਜੁੜੇ ਨਹੀਂ, ਫਿਰ ਮਹਾਰਾਜ ਕਹਿੰਦੇ ਆਏ ਆ ਵੀ ਜਿਵੇਂ ਮਰੇ ਨੂੰ ਸਵਾਰੇ ਸ਼ਿੰਗਾਰਿਆ ਹੁੰਦਾ, ਮ੍ਰਿਤਕ ਦੇਹ ਨੂੰ ਸ਼ਿੰਗਾਰਿਆ ਵੀ ਅੰਦਰੋਂ ਤਾਂ ਮਰੇ ਹੋਏ, ਕਿਉਂਕਿ ਮਾਲਕ ਨਾਲ ਪ੍ਰੀਤ ਕੋਈ ਨਹੀਂ ਤੇ ਮੁੱਖ ਤੋਂ ਗਿਆਨ ਦੀਆਂ ਗੱਲਾਂ ਕਰਦੇ। ਸੋ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਇਕੱਲਾ ਬਾਹਰੀ ਪਹਿਰਾਵੇ ਤੱਕ ਸੀਮਤ ਰਹਿ ਗਏ, ਬਾਹਰੋਂ ਗੱਲਾਂ ਤੱਕ ਸੀਮਤ ਰਹਿ ਗਏ ਗਿਆਨ ਦੀਆਂ,
ਸੰਸਾਰ 'ਚ ਹੋਰ ਜੀਵ ਸਾਡੀਆਂ ਵਿਚਾਰਾਂ ਸੁਣ ਕੇ ਪ੍ਰਭਾਵਿਤ ਹੋਣ ਤੇ ਉਹ ਆਪਣਾ ਸਤਿਕਾਰ ਕਰਨ ਵੀ ਇਹ ਬੜੇ ਗੁਰਮੁਖ ਨੇ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜਾ ਜੀਵ ਸ਼ਬਦ ਦੀ ਕਮਾਈ ਨਹੀਂ ਕਰਦਾ ਨਾਮ ਦੀ, ਵੀ ਜੀਵ ਉਹਨੂੰ ਆਪਦੇ ਘਰਾਂ 'ਚ ਲੈ ਕੇ ਜਾਂਦੇ, ਉਹਨੂੰ ਚੰਗਾ ਭੋਜਨ ਦਿੰਦੇ, ਉਹਦੀ ਸੇਵਾ ਕਰਦੇ ਵੀ ਗੁਰਮੁਖ, ਫਿਰ ਉਹਨੂੰ ਕੱਪੜਾ ਲੱਥਾ ਵੀ ਦਿੰਦੇ ਬਈ ਇਹ ਗੁਰਮੁਖ ਹੈ ਜੀ। ਤੇ ਜੇ ਉਹ ਸ਼ਬਦ ਦੀ ਕਮਾਈ ਕਰਦਾ ਨਹੀਂ, ਉਹਦੇ ਅੰਦਰ ਹਉਮੈ ਹੰਕਾਰ ਹੈ, ਤੇ ਫਿਰ ਮਹਾਰਾਜ ਕਹਿੰਦੇ ਉਹ ਜਾਏਗਾ ਕਿੱਥੇ? ਕਹਿੰਦੇ ਉਹ ਵਿਸ਼ਟਾ ਦਾ ਗੰਦਗੀ ਦਾ ਕੀੜਾ ਬਣੇਗਾ। ਮਹਾਰਾਜ ਕਹਿੰਦੇ ਰਸ ਕਾ ਸਿਖਾਏ ਪਿੰਡ ਵਧਾਏ, ਭੇਖ ਕਰੇ ਗੁਰ ਸ਼ਬਦ ਨਾ ਕਮਾਈ, ਅੰਤਰ ਰੋਗ ਮਹਾ ਦੁਖ ਭਾਰੀ ਵਿਸ਼ਟਾ ਮਾਹੀ ਸਮਾਹਾ ਹੈ। ਬਈ ਸੰਸਾਰ ਦੇ ਰਸ ਕਸ ਖਾ ਕੇ ਪਿੰਡ ਵਧਾ ਲੈਂਦਾ, ਮੋਟਾ ਡਾਢਾ ਚੰਗਾ ਹੋ ਜਾਂਦਾ, ਕਿਉਂਕਿ ਜੀਵ ਪ੍ਰਸ਼ਾਦਾ ਪਾਣੀ ਚੰਗਾ ਛਕਾਉਂਦੀ। ਬਈ ਇਹ ਗੁਰਮੁਖ ਆ ਜੀ, ਸੇਵਾ ਵਾਧੂ ਕਰਦੀ, ਪਰ ਉਹ ਸ਼ਬਦ ਦੀ ਕਮਾਈ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਅੰਦਰੋਂ ਮਾਲਕ ਦੇ ਨਾਲ ਜੁੜਿਆ ਨਹੀਂ। ਤੇ ਮਹਾਰਾਜ ਕਹਿੰਦੇ ਪਿੰਡ ਵਧਾ ਲਿਆ, ਰਸ ਕਸ ਖਾਏ ਪਿੰਡ ਵਧਾਏ, ਭੇਖ ਕਰੇ ਗੁਰ ਸ਼ਬਦ ਨਾ ਕਮਾਈ। ਬਈ ਬਾਹਰੀ ਭੇਖ ਤਾਂ ਬਣਾ ਲਿਆ, ਬਾਹਰੀ ਲਿਬਾਸ ਬਣਾ ਲਿਆ, ਪਰ ਸ਼ਬਦ ਦੀ ਕਮਾਈ ਕੋਈ ਨਹੀਂ ਕਰਦਾ, ਸਿਮਰਨ ਕੋਈ ਨਹੀਂ ਕਰਦਾ, ਅੰਦਰੋਂ ਨਾਮ ਦੇ ਨਾਲ ਜੁੜਦਾ ਕੋਈ ਨਹੀਂ। ਤੇ ਫਿਰ ਕਹਿੰਦੇ ਬਈ ਜਿਹੜਾ ਅੰਦਰ ਹਉਮੈ, ਤੇ ਅਖੀਰੀ ਫਿਰ ਜਾਏਗਾ ਕਿੱਥੇ? ਸਤਿਗੁਰੂ ਕਹਿੰਦੇ ਵਿਸ਼ਟਾ ਵਿੱਚ, ਗੰਦਗੀ ਦਾ ਕੀੜਾ ਬਣਾ ਦੇਣਗੇ। ਸੋ ਸਾਨੂੰ ਫਿਰ ਬਾਹਰੀ ਲਿਬਾਸ ਦਾ ਕੀ ਲਾਹਾ ਹੋਇਆ, ਕੀ ਫਾਇਦਾ ਹੋਇਆ ਜੇ ਅਸੀਂ ਗੰਦਗੀ ਦੇ ਕੀੜੇ ਹੀ ਬਣਨਾ ਹੈ। ਤੇ ਉਹ ਬਾਹਰੀ ਗਿਆਨ ਦੀਆਂ ਗੱਲਾਂ ਕਰਕੇ, ਬਾਹਰੀ ਲਿਬਾਸ ਕਰਕੇ, ਤੇ ਸਾਨੂੰ ਲਾਹਾ ਕੀ ਹੋਇਆ, ਸਾਨੂੰ ਲਾਭ ਕੀ ਹੋਇਆ? ਜੀਵਨ ਦਾ ਅਸੀਂ ਲਾਹਾ ਤਾਂ ਨਾ ਖੱਟਿਆ, ਫਿਰ ਤਾਂ ਅਸੀਂ ਵਾਪਸ ਫਿਰ ਜੂਨਾਂ 'ਚ ਹੀ ਚਲੇ ਗਏ। ਸੋ ਮਹਾਰਾਜ ਇਸ ਕਰਕੇ ਕਹਿੰਦੇ ਫਿਰ ਇਹ ਹਾਲਤ ਤਾਂ ਹੈ ਕਿਉਂਕਿ ਗਿਆਨ ਆਪਦੇ ਵਾਸਤੇ ਨਹੀਂ ਲਿਆ, ਗਿਆਨ ਇਕੱਠਾ ਕੀਤਾ ਦੂਜਿਆਂ ਨੂੰ ਸੁਣਾਉਣ ਵਾਸਤੇ। ਬਈ ਸੰਸਾਰੀ ਜੀਵ ਮੇਰੇ 'ਤੇ ਪ੍ਰਭਾਵਿਤ ਕਿਵੇਂ ਹੋਣ, ਮੇਰੇ ਨਾਲ ਵੱਧ ਕਿਵੇਂ ਜੁੜਨ, ਬਈ ਇਹਨੂੰ ਬੜਾ ਗਿਆਨ ਹੈ ਜੀ। ਤੇ ਸੁਣਾ ਕੇ ਦੁਨੀਆ ਤਾਂ ਬਥੇਰੀ ਨਾਲ ਜੋੜ ਲਈ, ਪਰ ਮਹਾਰਾਜ ਕਹਿੰਦੇ ਸ਼ਬਦ ਦੀ ਕਮਾਈ ਕੋਈ ਨਹੀਂ। ਤੇ ਐਸੀ ਹਾਲਤ 'ਚ ਫਿਰ ਕਹਿੰਦੇ ਵੀ ਵਿਸ਼ਟਾ ਗੰਦਗੀ ਦਾ ਕੀੜਾ ਬਣੇਗਾ। ਸੋ ਤਾਂ ਕਰਕੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਗਿਆਨ ਲੈਣਾ ਆਪਣੇ ਵਾਸਤੇ, ਅਸੀਂ ਆਪ ਕਮਾਉਣਾ। ਜੇ ਅਸੀਂ ਆਪਦੇ ਮਨ ਨੂੰ ਜਿੱਤ ਲਿਆ ਤੇ ਸਮਝ ਲਓ ਅਸੀਂ ਸਾਰਾ ਜੱਗ ਹੀ ਜਿੱਤ ਲਿਆ। ਜੇ ਅਸੀਂ ਆਪਦੇ ਮਨ ਨੂੰ ਨਹੀਂ ਜਿੱਤਿਆ ਤੇ ਅਸੀਂ ਜੱਗ ਨੂੰ ਜਿੱਤ ਕੇ ਕੀ ਕਰਨਾ? ਮਹਾਰਾਜ ਤਾਂਹੀਓ ਸਾਨੂੰ ਸਮਝਾਉਂਦੇ ਰੋਜ਼, ਮਨ ਜੀਤੇ ਜੱਗ ਜੀਤ। ਨਾਨਕ ਪਾਤਸ਼ਾਹ ਕਹਿੰਦੇ ਜਿਹਨੇ ਆਪਦੇ ਮਨ 'ਤੇ ਜਿੱਤ ਪ੍ਰਾਪਤ ਕਰ ਲਈ ਉਹਨੇ ਜੱਗ ਜਿੱਤ ਲਿਆ। ਜਿਹਨੇ ਆਪਦੇ ਮਨ 'ਤੇ ਹੀ ਜਿੱਤ ਨਹੀਂ ਪ੍ਰਾਪਤ ਕੀਤੀ ਤੇ ਉਹ ਜੱਗ ਨੂੰ ਜਿੱਤ ਕੇ ਕੀ ਕਰੂ? ਸੰਸਾਰ ਨੂੰ। ਕਿਉਂਕਿ ਉਹਨੇ ਜਾਣਾ ਤਾਂ ਫਿਰ ਵਾਪਸ ਜੂਨਾਂ ਦੇ ਵਿੱਚ ਹੀ ਹੈ, ਫਿਰ ਅਕਾਰਾਂ ਦੇ ਵਿੱਚ ਹੀ ਜਾਣਾ। ਸੋ ਤਾਂ ਮਹਾਰਾਜ ਕਹਿੰਦੇ ਵੀ ਸੰਸਾਰ ਦੇ ਵਿੱਚ ਤਾਂ ਜੀਵ ਦੀ ਕਿੰਨੀ ਵੀ ਵਡਿਆਈ ਹੋ ਜੇ, ਜੇ ਅਸੀਂ ਮਾਲਕ ਦੀ ਨਜ਼ਰ ਹੇਠ ਨਹੀਂ ਆਏ, ਜੇ ਅਸੀਂ ਉਹਦੇ ਨਾਲ ਮਿਲਾਪ ਨਹੀਂ ਕੀਤਾ, ਉਹਦੇ ਨਾਲ ਅਸੀਂ ਪ੍ਰੀਤ ਨਹੀਂ ਪਾਈ, ਫਿਰ ਚਾਹੇ ਸੰਸਾਰ ਦੇ ਵਿੱਚ ਜਿਵੇਂ ਆਪਾਂ ਦੇਖਦੇ ਕਈ ਜੀਵਾਂ ਦੇ ਅੰਦਰ ਆਪਦੀ ਉਮਰ ਨੂੰ ਲੈ ਕੇ ਹੀ ਬੜੀ ਹੰਕਾਰ ਆ ਜਾਂਦੀ। ਸਾਡੇ ਕੇਸ ਚਿੱਟੇ ਹੋ ਗਏ ਜੀ, ਅਸੀਂ ਕਿਹੜਾ ਧੁੱਪ 'ਚ ਰਹਿ ਕੇ ਕੀਤੇ ਨੇ, ਵੀ ਸਾਨੂੰ ਬੜਾ ਗਿਆਨ ਹੈ, ਅਸੀਂ ਬੜੇ ਸਿਆਣੇ ਹਾਂ, ਸਾਡੀ ਇੰਨੀ ਉਮਰ ਹੋ ਗਈ। ਹੁਣ ਮਹਾਰਾਜ ਕਹਿੰਦੇ ਉਮਰ ਤਾਂ ਤੁਹਾਡੀ ਚਾਹੇ
ਇੰਨੀ ਲੰਮੀ ਹੋ ਜੇ ਵੀ 4 ਯੁੱਗਾਂ ਤੋਂ 10 ਗੁਣਾ ਹੋਰ 40 ਯੁੱਗ ਤੱਕ ਕਿਸੇ ਜੀਵ ਦੀ ਉਮਰ ਲੰਮੀ ਹੋ ਜੇ, ਇੰਨੀ ਆਰਜੂ ਹੋ ਜੇ ਤੇ 9 ਖੰਡਾਂ ਦੇ ਵਿੱਚ ਉਹਦਾ ਨਾਂ ਚੱਲੇ। ਸੰਸਾਰੀ ਜੀਵ ਉਹਦੀ ਵਡਿਆਈ ਕਰਨ, ਉਪਮਾ ਕਰਨ, ਉਹਦੀ ਸ਼ੋਭਾ ਕਰਨ। ਜੇ ਅਸੀਂ ਮਾਲਕ ਦੀ ਨਜ਼ਰ ਹੇਠ ਹੀ ਨਹੀਂ ਆਏ ਤੇ ਸਾਨੂੰ ਫਿਰ ਕੀੜਿਆਂ 'ਚ ਕੀੜਾ ਬਣਾ ਕੇ ਛੱਡ ਦੇਣਗੇ। ਫਿਰ ਇੰਨੀ ਲੰਮੀ ਆਰਜੂ ਦਾ ਸਾਨੂੰ ਕੀ ਲਾਭ ਹੋਇਆ, ਕੀ ਲਾਹਾ ਹੋਇਆ? ਸੰਸਾਰ ਦੀ ਸ਼ੋਭਾ ਵਡਿਆਈ ਦਾ ਸਾਨੂੰ ਕੀ ਲਾਹਾ ਹੋਇਆ ਜੇ ਅਸੀਂ ਕੀੜਿਆਂ 'ਚ ਫਿਰ ਕੀੜਾ ਹੀ ਬਣਨਾ। ਮਹਾਰਾਜ ਤਾਈਓ ਸਾਨੂੰ ਰੋਜ਼ ਸਮਝਾਉਂਦੇ, ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਈ, ਨਾਮਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਚੰਗਾ ਨਾਉ ਰਖਾਈ ਕੇ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੀ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਵੀ ਇੰਨੀ ਆਰਜੂ ਲੰਮੀ ਹੋਣ ਦੇ ਬਾਵਜੂਦ, ਇੰਨੀ ਸ਼ੋਭਾ ਮਿਲਣ ਦੇ ਬਾਵਜੂਦ ਫਿਰ ਕੀੜੀਆਂ 'ਚ ਕੀੜਾ ਬਣਾ ਕੇ ਛੱਡ ਦਿੱਤਾ ਜਾਏਗਾ। ਸੋ ਤਾਂ ਫਿਰ ਮਹਾਰਾਜ ਕਹਿੰਦੇ ਵੀ ਨਾਸਤਕ ਹੈ ਜਿਹੜਾ ਮਨਮੁਖ, ਉਹਦੀ ਕਿੰਨੀ ਵੀ ਮਹਿਮਾ, ਕਿੰਨੀ ਵੀ ਵਡਿਆਈ ਹੋ ਜੇ ਸੰਸਾਰ ਦੇ ਵਿੱਚ, ਕਿੰਨਾ ਵੀ ਨਾ ਹੋ ਜੇ, ਜੇ ਉਹ ਮਾਲਕ ਦੇ ਨਾਲ ਨਹੀਂ ਮਿਲਾਪ ਕਰਦਾ, ਨਹੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਦਾ, ਤੇ ਉਹਨੇ ਜਾਣਾ ਫਿਰ ਵਾਪਸ ਜੂਨਾਂ 'ਚ। ਇਉਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਦਾਹਰਨ ਦਿੱਤੀ ਸਮੁੰਦਰ ਦੀ, ਵੀ ਸਮੁੰਦਰ ਕਿੱਡਾ ਵੀ ਵੱਡਾ ਹੈ, ਪਰ ਜੇ ਉਹ ਨਾਸਤਕ ਹੈ, ਜੇ ਉਹ ਮਨਮੁਖ, ਇੱਕ ਛੋਟਾ ਜਿਹਾ ਜੀਵ ਹੈ ਕੀੜੀ, ਜੇ ਉਹ ਕੀੜੀ ਦੇ ਮਨ ਦੇ ਵਿੱਚ ਮਾਲਕ ਵਸ ਜਾਂਦਾ, ਨਾਮ ਵਸ ਜਾਂਦਾ, ਹੁਣ ਉਹ ਸਮੁੰਦਰ ਕਿੱਡਾ ਵੱਡਾ, ਪਰ ਉਹ ਕੀੜੀ ਦੇ ਤੁੱਲ ਨਹੀਂ ਹੋ ਸਕਦਾ। ਕੀੜੀ ਦੀ ਮਹਿਮਾ, ਉਪਮਾ, ਵਡਿਆਈ ਵੱਡੀ ਹੈ, ਕਿਉਂਕਿ ਉਹਦੇ ਹਿਰਦੇ 'ਚ ਮਾਲਕ ਵਸ ਗਿਆ। ਤੇ ਸਮੁੰਦਰ ਕਿੱਡਾ ਵੱਡਾ ਜੇ ਉਹ ਨਾਸਤਕ ਹੈ, ਤੇ ਮਹਾਰਾਜ ਕਹਿੰਦੇ ਉਹਦੇ ਤੁੱਲ ਨਹੀਂ ਹੋ ਸਕਦਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਜਿਹੜਾ ਇਹ ਸਮੁੰਦਰ ਤੇ ਇਹ ਕੀੜੀ ਦੀ ਉਦਾਹਰਨ ਦੇ ਕੇ, ਕੀੜੀ ਤੁੱਲ ਨਾ ਹੋਵੇ ਨਹੀਂ ਜੇ ਤੇ ਮਨੋਂ ਨਾ ਵਿਸਰੇ, ਬਈ ਉਹ ਸਮੁੰਦਰ ਜਿਹੜਾ ਕੀੜੀ ਦੇ ਤੁੱਲ ਨਹੀਂ, ਜੇ ਉਹ ਕੀੜੀ ਦੇ ਮੱਝ ਵਸ ਗਿਆ ਤੇ ਉਹਨੂੰ ਵਿਸਰਦਾ ਨਹੀਂ ਮਾਲਕ। ਹੁਣ ਤਾਈਆਂ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਜਿਨ੍ਹਾਂ ਦੇ ਹਿਰਦੇ 'ਚ ਮਾਲਕ ਵਸ ਗਿਆ, ਜਿਹੜਾ ਭਗਤ ਹੈ, ਪਰਮਾਤਮਾ ਦੀ ਭਗਤੀ ਕਰਦਾ, ਉਹਦੇ ਬਰਾਬਰ ਕੋਈ ਹੋਰ ਨਹੀਂ ਹੋ ਸਕਦਾ। ਸੋ ਐਸੀ ਅਵਸਥਾ 'ਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਗਿਆਨ ਆਪਾਂ ਇਸ ਕਰਕੇ ਲੈਣਾ ਵੀ ਤਾਂ ਕਿ ਸਾਡਾ ਮਨ ਘਰ ਬੈਠੇ, ਸਾਡਾ ਮਨ ਹੈ ਜਿਹੜਾ ਉਹ ਸਹਿਜ ਅਵਸਥਾ ਵਿੱਚ ਆਵੇ, ਉਹ ਆਪਣੇ ਘਰ ਆਵੇ। ਜਿਵੇਂ ਹੁਣ ਅਸੀਂ ਪੜ੍ਹਦੇ ਤਾਂ ਰੋਜ਼ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਹੁਣ ਪੜ੍ਹ ਲੈਣਾ ਇੱਕ ਵੱਖਰੀ ਗੱਲ, ਪਰ ਉਹਦੇ 'ਤੇ ਵਿਚਾਰ ਕਰਨੀ ਵੀ ਉਹ ਮਹਿਲ ਦੇ ਵਿੱਚ ਜਾਣਾ ਕਿਵੇਂ, ਉਹ ਮਹਿਲ ਹੈ ਕਿੱਥੇ, ਅਤੇ ਉਹ ਮਹਿਲ ਦੇ ਵਿੱਚ ਅਸੀਂ ਕਿਵੇਂ ਪ੍ਰਵੇਸ਼ ਕਰਨਾ, ਉਹਦੇ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ, ਉਹਦੇ ਵਾਸਤੇ ਸਾਨੂੰ ਪੁੱਛਣਾ ਪੈਣਾ। ਤਾਂ ਹੈ ਹੀ ਨਹੀਂ, ਉਹ ਤਾਂ ਜਿਉਂ ਲੱਗਦਾ ਪੜ੍ਹਨ ਵੀ ਇੰਨੇ ਸਮੇਂ ਵਿੱਚ ਮੈਂ ਫਟਾਫਟ ਸਮਾਪਤੀ ਕਰਦੇ ਹਾਂ। ਹੁਣ ਸਾਨੂੰ ਕਹਿੰਦੇ ਵੀ ਤੁਸੀਂ ਪਾਠ ਕਰਦੇ ਕਾਹਦੇ ਵਾਸਤੇ ਹੋ, ਵੀ ਇਹ ਥੋੜ੍ਹਾ ਜਿਹਾ ਵਿਚਾਰ ਤਾਂ ਕਰੋ ਨਾ, ਰੁਕੋ ਤਾਂ ਸਹੀ, ਠਹਿਰਾਓ ਵਿੱਚ ਤਾਂ ਆਓ, ਵੀ ਤੁਸੀਂ ਇਹ ਵਿਚਾਰ ਤਾਂ ਕਰੋ ਵੀ ਤੁਸੀਂ ਕੀ ਪੜ੍ਹਦੇ ਹੋ, ਗੁਰਬਾਣੀ ਗੁਰੂ ਤੁਹਾਨੂੰ ਕਹਿੰਦੇ ਕੀ ਨੇ। ਹੁਣ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਬਾਣੀ ਨੂੰ ਕੋਈ ਵਿਰਲਾ ਗੁਰਮੁਖ ਹੀ ਵਿਚਾਰ ਸਕਦਾ, ਆਮ ਜੀਵ ਤਾਂ ਵਿਚਾਰਦਾ ਹੀ ਨਹੀਂ, ਨਾ ਹੀ ਉਹਨੂੰ ਸਮਝ ਲੱਗਦੀ। ਮਹਾਰਾਜ ਤਾਈਓ ਫਰਮਾਉਂਦੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ। ਬਈ ਇਸ ਸ਼ਬਦਾਂ ਦੇ ਵਿੱਚ, ਗੁਰਬਾਣੀ ਗੁਰੂ ਵਿੱਚ
ਸਾਨੂੰ ਭੇਦ ਸਾਰਾ ਦਿੱਤਾ ਗਿਆ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ, ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਤੇ ਕਿਵੇਂ ਹੁਣ ਸਾਡਾ ਵਾਪਸ ਮਿਲਾਪ ਹੋਣ। ਇਹ ਸਾਰਾ ਸਾਨੂੰ ਗੁਰਬਾਣੀ ਗੁਰੂ ਸ਼ਬਦਾਂ ਦੇ ਵਿੱਚ ਗਿਆਨ ਦਿੱਤਾ ਹੋਇਆ, ਸ਼ਬਦਾਂ 'ਚ ਭੇਦ ਦਿੱਤਾ ਹੋਇਆ। ਹੁਣ ਮਹਾਰਾਜ ਕਹਿੰਦੇ ਵੀ ਇਹ ਸ਼ਬਦਾਂ ਨੂੰ ਵਿਚਾਰੇਗਾ ਕੋਈ ਵਿਰਲਾ ਹੀ, ਬੁੱਝੇਗਾ ਕੋਈ ਵਿਰਲਾ ਹੀ। ਫਰਮਾਉਂਦੇ ਸ਼ਬਦਾਂ ਮਾਹੇ ਵਖਾਣੀਏ ਵਿਰਲਾ ਤਾਂ ਬੁੱਝੇ ਕੋਈ। ਵੀ ਸ਼ਬਦਾਂ ਦੇ ਵਿੱਚ ਵਿਖਿਆਨ ਤਾਂ ਸਾਰਾ ਹੀ ਕੀਤਾ, ਭੇਦ ਤਾਂ ਸਾਰਾ ਹੀ ਦਿੱਤਾ ਗਿਆ, ਤੇ ਇਹਨੂੰ ਬੁੱਝੇਗਾ ਕਹਿੰਦੇ ਕੋਈ ਵਿਰਲਾ ਵਿਰਲਾ ਹੀ, ਸਮਝੇਗਾ ਕੋਈ ਵਿਰਲਾ ਹੀ। ਕਿਉਂਕਿ ਜੀਵ ਦਾ ਮਨ ਨਹੀਂ ਟਿਕਦਾ, ਮਨ ਤਾਂ ਭੱਜਿਆ ਹੀ ਫਿਰਦਾ ਵਿਚਾਰਾਂ 'ਚ, ਫੁਰਨਿਆਂ 'ਚ। ਹੁਣ ਜੇ ਸਾਡਾ ਮਨ ਗੁਰਬਾਣੀ ਪੜ੍ਹਦੇ ਨਹੀਂ ਟਿਕਦਾ ਤੇ ਫਿਰ ਸਾਡਾ ਮਨ ਕਿੱਥੇ ਟਿਕੇਗਾ, ਕਿਹਦੇ ਨਾਲ ਟਿਕੇਗਾ? ਫਿਰ ਤਾਂ ਟਿਕਣਾ ਹੀ ਨਹੀਂ। ਜੇ ਹੁਣ ਟਿਕਦਾ, ਜਿਸ ਨਾਮ ਦੀ ਮਹਿਮਾ ਗੁਰਬਾਣੀ ਗੁਰੂ ਸ਼ਬਦ ਸ਼ਬਦਾਂ ਦੇ ਵਿੱਚ ਕਰਦੇ ਨੇ, ਉਹ ਨਾਮ ਨੂੰ ਤਾਂ ਮੰਨਦਾ ਹੀ ਨਹੀਂ, ਨਾਮ ਨੂੰ ਤਾਂ ਪੁੱਛਦਾ ਹੀ ਨਹੀਂ। ਸਤਿਗੁਰੂ ਤਾਈਆਂ ਫਰਮਾਉਂਦੇ ਪੜ੍ਹੇ ਮਨ ਮੁਖ ਪਰ ਵਿਦ ਨਹੀਂ ਜਾਨਾ, ਨਾਮ ਨਾ ਬੂਝੇ ਭਰਮ ਭੁਲਾਨਾ। ਵੀ ਪੜ੍ਹਦਾ ਤਾਂ ਮਨ ਮੁਖ ਵੀ ਹੈ, ਪਰ ਉਹਨੂੰ ਵਿਧੀ ਨਹੀਂ, ਪੜ੍ਹਨ ਦੀ ਤਰੀਕਾ ਨਹੀਂ ਹੈ। ਉਹਦਾ ਪੜ੍ਹਦੇ ਵੀ ਨਹੀਂ ਮਨ ਟਿਕਦਾ, ਪੜ੍ਹਦੇ ਵੀ ਨਹੀਂ ਮਨ ਦੇ ਵਿੱਚ ਸ਼ਾਂਤੀ ਆਉਂਦੀ, ਸਹਿਜ ਆਉਂਦੀ। ਉਹ ਪੜ੍ਹਦਾ ਵੀ ਭਟਕਦਾ ਫਿਰਦਾ, ਪੜ੍ਹਦਾ ਵੀ ਬੋਲੀ ਜਾਂਦਾ। ਇਹ ਜਿਵੇਂ ਆਪਾਂ ਦੇਖਦੇ ਹਾਂ ਸੰਸਾਰ ਵਿੱਚ ਵੀ ਉਧਰੋਂ ਤਾਂ ਹੱਥ ਦੇ ਵਿੱਚ ਗੁਟਕਾ ਸਾਹਿਬ ਫੜਿਆ ਹੁੰਦਾ, ਨਾਲ ਨਾਲ ਪਾਠ ਕਰੀ ਜਾਂਦੇ, ਨਾਲ ਨਾਲ ਸੰਸਾਰ ਦੀਆਂ ਗੱਲਾਂ ਵੀ ਵਿੱਚ ਹੀ ਕਰੀ ਜਾਂਦੇ। ਵਿੱਚ ਹੀ ਉਹ ਕੰਮ ਜੇ ਕੋਈ ਦੂਸਰਾ ਕਰ ਰਿਹਾ ਉਹਨੂੰ ਕਹੀ ਜਾਂਦੇ ਆਈ ਨਹੀਂ ਆਈ ਕਰ, ਆਈ ਨਹੀਂ ਆਈ ਕਰ। ਵੀ ਉਹ ਮਨ ਤਾਂ ਉਹ ਬਾਹਰ ਭੱਜਿਆ ਫਿਰਦਾ, ਮਨ ਤਾਂ ਉੱਧਰ ਲੱਗਿਆ ਹੋਇਆ। ਤੇ ਜੇ ਅਸੀਂ ਆਖੀਏ ਵੀ ਇਸ ਤਰ੍ਹਾਂ ਪੜ੍ਹਦੇ ਸਾਡਾ ਮਨ ਟਿਕ ਜੂ, ਤੇ ਉਹ ਤਾਂ ਟਿਕਣਾ ਹੀ ਨਹੀਂ। ਸੋ ਤਾਂ ਮਹਾਰਾਜ ਕਹਿੰਦੇ ਵੀ ਪੜ੍ਹਦਾ ਮਨਮੁਖ ਵੀ ਹੈ, ਪਰ ਉਹਨੂੰ ਪੜ੍ਹਨ ਦੀ ਵਿਧੀ ਨਹੀਂ, ਉਹਨੂੰ ਤਰੀਕਾ ਨਹੀਂ ਹੈ, ਤਾਂ ਕਰਕੇ ਉਹਨੂੰ ਪੜ੍ਹਦੇ ਵੀ ਸ਼ਾਂਤੀ ਨਹੀਂ ਆਉਂਦੀ। ਉਹਨੂੰ ਪੜ੍ਹਦੇ ਵੀ ਉਹਦਾ ਮਨ ਨਹੀਂ ਟਿਕਦਾ, ਵਿਚਾਰਾਂ ਦੇ ਵਿੱਚ ਫੁਰਨਿਆਂ 'ਚ ਭੱਜਿਆ ਹੀ ਫਿਰਦਾ। ਹੁਣ ਇਸੇ ਤਰ੍ਹਾਂ ਹੀ ਜਿਵੇਂ ਗੁਰਬਾਣੀ ਨੂੰ ਪੜ੍ਹਨ ਦੀ ਜੁਗਤੀ, ਸਿਮਰਨ ਕਰਨ ਦੀ ਵੀ ਜੁਗਤੀ। ਜਦ ਤੱਕ ਸਾਨੂੰ ਜੁਗਤੀ ਨਹੀਂ, ਤਰੀਕਾ ਨਹੀਂ ਸਿਮਰਨ ਕਰਨ ਦਾ, ਉਨਾ ਸਮਾਂ ਵੀ ਸਾਡਾ ਮਨ ਨਹੀਂ ਰੁਕਦਾ। ਹੁਣ ਤਾਈਓ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਉਹ ਕਿਹੜੀ ਵਿਧੀ ਹੈ, ਉਹ ਕਿਹੜਾ ਤਰੀਕਾ, ਕਿਹੜੀ ਜੁਗਤੀ ਜਿਸ ਦੁਆਰਾ ਅਸੀਂ ਪਰਮਾਤਮਾ ਨੂੰ ਧਿਆਈਏ। ਮਹਾਰਾਜ ਫਰਮਾਉਂਦੇ ਕਿਤ ਵਿਧੀ ਹੈ ਕਿਤ ਸੰਜਮ ਪਾਈਏ, ਕਹੋ ਸੁਰ ਜਨ ਕਿਤ ਜੁਗਤੀ ਧਿਆਈਏ। ਵੀ ਸਾਨੂੰ ਦੱਸੋ ਵੀ ਉਹ ਕਿਹੜੀ ਵਿਧੀ, ਕਿਹੜਾ ਤਰੀਕਾ, ਕਿਹੜੀ ਸੁਚ ਸੰਜਮ ਰੱਖੀਏ, ਉਹ ਕਿਹੜੀ ਵਿਧੀ ਜਿਸ ਦੁਆਰਾ ਪਰਮਾਤਮਾ ਨੂੰ ਧਿਆਈਏ, ਉਹਦਾ ਸਿਮਰਨ ਕਰੀਏ। ਕਵਣ ਸੋ ਵੈਦ ਜਿਤ ਰਾਮ ਗੁਣ ਗਾਈਏ। ਵੀ ਉਹ ਕਿਹੜੀ ਵਿਧੀ, ਜਿਹੜੀ ਵਿਧੀ ਦੁਆਰਾ ਅਸੀਂ ਰਾਮ ਦੇ, ਵਾਹਿਗੁਰੂ ਦੇ ਗੁਣ ਗਾਈਏ। ਇਹ ਆਪਾਂ ਨੂੰ ਫਿਰ ਵੈਦ ਦੱਸਦੇ ਵੀ ਸਾਸ ਗਿਰਾਸ ਸਿਮਰਨ ਕਰ। ਵੀ ਜਿਹੜਾ ਗੁਰਮੁਖ ਸਾਸ ਗਿਰਾਸ ਸਿਮਰਨ ਕਰਦਾ ਹੈ ਉਹ ਗੁਰਸਿੱਖ ਪਰਮਾਤਮਾ ਨੂੰ ਭਾਉਂਦਾ, ਉਹ ਗੁਰੂ ਨੂੰ ਭਾਉਂਦਾ ਹੈ। ਫਰਮਾਉਂਦੇ ਨੇ ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਹੁਣ ਆਪਾਂ ਚਾਹੁੰਦੇ ਵੀ ਅਸੀਂ ਗੁਰੂ ਨੂੰ ਚੰਗੇ ਲੱਗੀਏ, ਉਹਦੇ ਵਾਸਤੇ ਹੀ ਆਪਾਂ ਸਾਰਾ ਕੁਛ ਕਰਦੇ। ਬਈ ਜੀਵ ਗੁਰੂ ਘਰ ਆਉਂਦਾ, ਗੁਰਬਾਣੀ ਪੜ੍ਹਦਾ, ਸੇਵਾ ਕਰਦਾ ਵੀ ਮੈਂ ਗੁਰੂ ਨੂੰ ਚੰਗਾ ਲੱਗਾ, ਗੁਰੂ ਨੂੰ ਭਾ ਜਾਵਾਂ। ਅਤੇ ਸਾਨੂੰ ਗੁਰਬਾਣੀ 'ਚ ਤਰੀਕਾ ਦੱਸ ਦਿੱਤਾ ਵੀ ਉਹ ਗੁਰਸਿੱਖ ਗੁਰੂ ਨੂੰ ਭਾਉਂਦਾ ਜਿਹੜਾ ਸਾਸ ਗਿਰਾਸ ਸਿਮਰਨ ਕਰਦਾ। ਹੁਣ ਜੇ ਤਾਂ ਅਸੀਂ ਵਾਕਈ ਚਾਹੁੰਦੇ ਹਾਂ ਵੀ ਅਸੀਂ ਗੁਰੂ ਨੂੰ ਭਾ ਜਾਈਏ, ਅਤੇ ਫਿਰ ਉਹ ਕਹਿੰਦੇ ਸਿਮਰਨ ਕਰ। ਜਿਹੜਾ ਕਰਦਾ ਉਹ ਗੁਰਸਿੱਖ ਗੁਰੂ ਨੂੰ ਭਾਉਂਦਾ। ਹੁਣ ਆਓ ਅਸੀਂ ਕਿਵੇਂ ਗੁਰੂ ਨੂੰ ਭਾਉਣਾ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਕਰਨ ਨੂੰ ਕਹਿ ਰਹੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਗੁਰਮੁਖ ਪਿਆਰਿਓ ਜੁਗਤੀ ਤਰੀਕਾ ਗੁਰੂ ਨੂੰ ਭਾਉਣ ਵਾਸਤੇ ਵੀ ਜਿਹੜਾ ਗੁਰਸਿੱਖ ਸਿਮਰਨ ਕਰਦਾ ਉਹ ਗੁਰੂ ਨੂੰ ਭਾਉਂਦਾ। ਹੁਣ ਜਿਉਂ-ਜਿਉਂ ਅਸੀਂ ਇਹ ਸਿਮਰਨ ਕਰਾਂਗੇ ਫਿਰ ਤਿਉਂ-ਤਿਉਂ ਹੀ ਸਾਨੂੰ ਗਿਆਨ ਹੋਏਗਾ, ਸਾਡੇ ਮਨ ਨੂੰ ਸੋਝੀ ਆਏਗੀ। ਮਹਾਰਾਜ ਤਾਂਹੀਓ ਸਾਨੂੰ ਫਰਮਾਉਂਦੇ ਪ੍ਰਭ ਕੇ ਸਿਮਰਨ ਨੂੰ ਵੀ ਜਦੋਂ ਅਸੀਂ ਮਾਲਕ ਦਾ ਸਿਮਰਨ ਕਰਦੇ ਹਾਂ ਫਿਰ ਹੀ ਸਾਨੂੰ ਗਿਆਨ ਹੋਣਾ ਅਤੇ ਫਿਰ ਹੀ ਅਸੀਂ ਧਿਆਨ ਵਿੱਚ ਜਾਣਾ। ਜੇ ਹੁਣ ਸਿਮਰਨ ਨਹੀਂ ਕਰਦੇ ਅਤੇ ਨਾ ਤਾਂ ਸਾਨੂੰ ਗਿਆਨ ਹੁੰਦਾ ਨਾ ਅਸੀਂ ਧਿਆਨ 'ਚ ਜਾਂਦੇ। ਸੋ ਜਿਉਂ-ਜਿਉਂ ਅਸੀਂ ਫਿਰ ਸਿਮਰਨ ਕਰਾਂਗੇ ਸਾਨੂੰ ਗਿਆਨ ਹੋਏਗਾ ਅਤੇ ਫਿਰ ਉਹ ਗਿਆਨ ਅਸੀਂ ਆਪਦੇ ਵਾਸਤੇ ਲਵਾਂਗੇ, ਸਾਨੂੰ ਅੰਦਰੋਂ ਗਿਆਨ ਹੋਏਗਾ। ਜਿੱਥੇ ਦੀ ਗੁਰਬਾਣੀ ਗੁਰੂ ਵਿਚਾਰ ਕਰਦੇ ਜਦੋਂ ਅਸੀਂ ਸਿਮਰਨ ਕਰਕੇ ਮਨ ਨੂੰ ਸਹਿਜ ਅਵਸਥਾ 'ਚ ਲੈ ਜਾਵਾਂਗੇ
ਸਾਡਾ ਮਨ ਉਸ ਅਵਸਥਾ 'ਚ ਚੌਥੇ ਪਦ ਵਿੱਚ ਚਲਾ ਗਿਆ ਅਤੇ ਫਿਰ ਸਾਨੂੰ ਆਪਣੇ ਆਪ ਹੀ ਅਰਥ ਆਉਣ ਲੱਗ ਜਾਂਦੇ ਵੀ ਗੁਰਬਾਣੀ ਗੁਰੂ ਇੱਥੇ ਦੀ ਵਿਚਾਰ ਕਰਦੀ ਵੀ ਸਾਡਾ ਮਨ ਉਸ ਅਵਸਥਾ 'ਚ ਚਲਾ ਗਿਆ। ਜ਼ਿਆਦਾ ਕਾਰਨ ਅਸੀਂ ਖੁਦ ਉਹ ਅਵਸਥਾ 'ਚ ਜਾਂਦੇ ਨਹੀਂ, ਉਹਨਾਂ ਸਮਾਂ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਨਹੀਂ ਆਉਂਦੀ, ਕਿਉਂਕਿ ਅਸੀਂ ਉੱਥੇ ਪਹੁੰਚਦੇ ਨਹੀਂ ਜਿੱਥੇ ਸਾਨੂੰ ਪਹੁੰਚਣ ਨੂੰ ਕਹਿ ਰਹੇ। ਜਿੱਥੋਂ ਗੁਰਬਾਣੀ ਗੁਰੂ ਸ਼ੁਰੂ ਹੁੰਦੇ ਚੌਥੇ ਪਦ ਤੋਂ, ਜਦ ਤੱਕ ਅਸੀਂ ਉੱਥੇ ਜਾਵਾਂਗੇ ਨਹੀਂ ਸਾਨੂੰ ਸਮਝ ਨਹੀਂ ਆਏਗੀ। ਸੋ ਤਾਈਓ ਫਿਰ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਇਹ ਜੋ ਅਸੀਂ ਗਿਆਨ ਲੈਣਾ, ਗੁਰੂ ਦੀ ਮੱਤ ਲੈਣੀ ਆਪਦੇ ਵਾਸਤੇ, ਵੀ ਤਾਂ ਕਿ ਸਾਡਾ ਜਿਹੜਾ ਮਨ ਹੈ ਇਹ ਸ਼ੁੱਧ ਹੋ ਜੇ, ਸਾਡਾ ਮਨ ਧੋਤਾ ਜਾਵੇ, ਸਾਡਾ ਮਨ ਨਿਰਮਲ ਹੋ ਜੇ, ਅਸੀਂ ਕਾਬਲ ਹੋ ਜਾਈਏ ਗੁਰਬਾਣੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਦੇ, ਅਤੇ ਅਸੀਂ ਆਪਦੇ ਘਰ ਪਹੁੰਚ ਜਾਈਏ ਸਹਿਜ ਦੇ ਵਿੱਚ, ਨਿਜ ਮਹਿਲ ਦੇ ਵਿੱਚ ਜਿੱਥੇ ਸਾਨੂੰ ਬੁਲਾਉਂਦੇ ਨੇ। ਜਦੋਂ ਅਸੀਂ ਚਲੇ ਜਾਵਾਂਗੇ ਦੁਬਾਰਾ ਸਾਡਾ ਫੇਰਾ ਨਹੀਂ ਹੋਏਗਾ ਸੰਸਾਰ 'ਚ, ਸਾਨੂੰ ਫੇਰ ਨਹੀਂ ਭੇਜਣਗੇ। ਔਰ ਇਸ ਵਾਸਤੇ ਮਹਾਰਾਜ ਸਮਝਾਉਂਦੇ ਵੀ ਅਸੀਂ ਗਿਆਨ ਜਿਹੜਾ ਆਪਦੇ ਵਾਸਤੇ ਲੈਣਾ, ਆਪਣੇ ਮਨ ਨੂੰ ਸਮਝਾਉਣ ਵਾਸਤੇ। ਮਹਾਰਾਜ ਇਸ ਲਈ ਫਰਮਾਉਂਦੇ ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਏ ਗਿਆਨ, ਵੀ ਇਹ ਜਿਹੜਾ ਅਸੀਂ ਗਿਆਨ ਲੈਣਾ ਆਪਦੇ ਵਾਸਤੇ, ਮਨ ਨੂੰ ਟਿਕਾਉਣ ਵਾਸਤੇ, ਮਨ ਦੀ ਸ਼ਾਂਤੀ ਵਾਸਤੇ, ਮਨ ਦੇ ਸੁੱਖ ਵਾਸਤੇ। ਜੇ ਹੁਣ ਜੀਵ ਦੇ ਮਨ ਨੂੰ ਸੁੱਖ ਹੀ ਨਹੀਂ, ਸ਼ਾਂਤੀ ਨਹੀਂ, ਤੇ ਫਿਰ ਕਾਹਦਾ ਗਿਆਨ? ਜੇ ਸਾਡੇ ਅੰਦਰ ਉਵੇਂ ਹੀ ਕਲਪਨਾ ਲੱਗੀ ਹੋਈ, ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ, ਸੈਂਸੇ ਫਿਕਰ ਵਿਚਾਰ ਉਵੇਂ ਹੀ ਚੱਲਦੇ, ਤੇ ਫਿਰ ਕਾਹਦਾ ਗਿਆਨ? ਫਿਰ ਨਹੀਂ ਗਿਆਨ ਹੋਇਆ। ਜਿਵੇਂ ਹੁਣ ਬਹੁਤੇ ਜੀਵ ਕਹਿੰਦੇ ਵੀ ਗਿਆਨ ਤਾਂ ਹੋ ਗਿਆ ਜੀ, ਗਿਆਨ ਸਾਰਾ ਪਰ ਚੱਲਿਆ ਨਹੀਂ ਜਾਂਦਾ, ਫਿਰ ਗਿਆਨ ਕਾਹਦਾ ਹੋਇਆ? ਗਿਆਨ ਤਾਂ ਇਹੀ ਹੈ ਨਾ ਵੀ ਅਸੀਂ ਘਰੇ ਬੈਠ ਜਾਈਏ, ਗਿਆਨ ਤਾਂ ਇਹੀ ਹੈ ਵੀ ਮਾਲਕ ਸਾਨੂੰ ਵਿਸਰੇ ਨਾ। ਜੇ ਉਹ ਸਾਨੂੰ ਵਿਸਰ ਹੀ ਜਾਂਦਾ, ਉਹ ਸਾਨੂੰ ਭੁੱਲ ਹੀ ਜਾਂਦਾ ਹੈ, ਫਿਰ ਇਹ ਕਾਹਦਾ ਗਿਆਨ ਅਤੇ ਕਾਹਦੀ ਭਗਤੀ? ਮਾਰੇ ਤਾਈਓ ਫਰਮਾਉਂਦੇ ਇੱਕ ਤਿਲ ਪਿਆਰਾ ਵਿਸਰੇ ਭਗਤ ਕਨੇਹੀ ਹੋਈ, ਵੀ ਜੇ ਸਾਨੂੰ ਮਾਲਕ ਵਿਸਰ ਹੀ ਜਾਂਦਾ, ਭੁੱਲ ਹੀ ਜਾਂਦਾ, ਅਤੇ ਫਿਰ ਕਿੱਦਾਂ ਦੀ ਭਗਤੀ? ਭਗਤੀ ਇਹ ਹੈ ਵੀ ਸਾਨੂੰ ਮਾਲਕ ਵਿਸਰੇ ਨਾ, ਸਾਨੂੰ ਭੁੱਲੇ ਨਾ, ਇਹ ਗਿਆਨ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਇਹ ਗਿਆਨ ਲੈਣ ਵਾਸਤੇ, ਸੋਝੀ ਲੈਣ ਵਾਸਤੇ ਆਪਣੇ ਆਪ ਇਹਦੀ ਵੱਧ ਤੋਂ ਵੱਧ ਆਪਾਂ ਸਿਮਰਨ ਅਭਿਆਸ ਕਰਨਾ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਸਹਿਜ ਦੇ ਨਾਲ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਹੋਰ ਪਾਸੇ ਨਾ ਜਾਵੇ ਬਾਹਰ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਖੋਜੀ ਬਣ ਕੇ ਪੜ੍ਹਾਂਗੇ, ਸਹਿਜ ਵਿੱਚ ਵਿਚਾਰਾਂਗੇ, ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ, ਸਾਡਾ ਮਨ ਧੋਤਾ ਜਾਏਗਾ, ਸਾਡਾ ਮਨ ਸ਼ੁੱਧ ਹੋ ਜਾਏਗਾ, ਮਨ ਨਿਰਮਲ ਹੋ ਜਾਏਗਾ। ਮਹਾਰਾਜ ਤਾਈਓ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੀ। ਇਹ ਸਾਰੀ ਗੁਰਬਾਣੀ ਗੁਰੂ ਅੰਮ੍ਰਿਤਮਈ ਸਾਡੇ ਮਨ ਨੂੰ ਧੋ ਦਿੰਦੀ। ਧੋਤਾ ਫੇਰ ਹੀ ਜਾਏਗਾ ਜੇ ਵਿਚਾਰੇਗਾ, ਜੇ ਵਿਚਾਰੇਗਾ ਹੀ ਨਹੀਂ ਤੇ ਇਹਨੇ ਧੋਤਾ ਨਹੀਂ ਜਾਣਾ, ਫਿਰ ਇਹ ਬਾਹਰ ਭੱਜਾ ਫਿਰਦਾ ਵਿਚਾਰਾਂ 'ਚ। ਸੋ ਵੱਧ ਤੋਂ ਵੱਧ ਅਸੀਂ ਇਹ ਸਤ ਸੰਗਤ ਕਰਨੀ ਹੁੰਦੀ, ਜਿੰਨੀ ਅਸੀਂ ਸਤ ਸੰਗਤ ਕਰਦੇ ਹਾਂ ਉਨਾ ਹੀ ਸਾਨੂੰ ਲਾਭ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ, ਸਾਰਾ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ, ਵੀ ਤਾਂ ਕਿ ਆਪਣੇ ਮਨ ਨੂੰ ਵੀ ਇਹ ਸੋਝੀ ਆ ਜੇ ਵੀ ਗਿਆਨ ਜਿਹੜਾ ਕਿਸੇ ਹੋਰ ਵਾਸਤੇ ਨਹੀਂ, ਆਪਣੇ ਵਾਸਤੇ, ਵੀ ਤਾਂ ਕਿ ਸਾਡਾ ਮਨ ਜਿਹੜਾ ਭੁੱਲਿਆ ਹੋਇਆ ਇਹ ਸਮਝ ਜੇ। ਇਹਨੂੰ ਸਮਝਾਉਣ ਵਾਸਤੇ ਫਿਰ ਇਹ ਸ਼ਬਦ ਦੀ ਵਿਚਾਰ ਹੈ। ਤਾਈਓ ਮਹਾਰਾਜ ਫਰਮਾਉਂਦੇ ਭੂਲਾ ਮਨ ਸਮਝੇ ਗੁਰ ਸ਼ਬਦੀ, ਬਈ ਇਹ ਭੁੱਲਿਆ ਹੋਇਆ ਮਨ ਗੁਰੂ ਦੇ ਸ਼ਬਦ ਦੁਆਰਾ ਸਮਝਦਾ, ਸਿਮਰਨ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ ਇਹ ਭੁੱਲੇ ਹੋਏ ਨੂੰ ਸੋਝੀ ਆਉਂਦੀ। ਸੋ ਇਸ ਵਾਸਤੇ ਇਹਨੂੰ ਮਨ ਨੂੰ ਸਮਝਾਉਣਾ ਵੀ ਤਾਂ ਕਿ ਘਰ ਬੈਠ ਜੇ। ਸੋ
सो गुरमुख प्यारिओ इन्नियां बेनतियां इन्ने विचार करदे होए जे कोई ऐसा शब्द बोलिया गया होवे संगत अते सतगुरु बख्शण जोग ने बख्श देना जी। वाहिगुरू जी का खालसा वाहिगुरू जी की फतेह। वाहिगुरू वाहिगुरू।